ਹੈਲੋ एवरीवन। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਮਾਤ 8ਵੀਂ ਵਿਸ਼ਾ ਸਾਇੰਸ ਦਾ ਸੈਕੰਡ ਚੈਪਟਰ ਸੂਖਮ ਜੀਵ ਮਿੱਤਰ ਅਤੇ ਦੁਸ਼ਮਣ ਮਾਈਕਰੋ ਆਰਗੈਨਿਜ਼ਮ ਫਰੈਂਡ ਔਰ ਫੋ। ਤਾਂ ਇਸ ਚੈਪਟਰ ਦੇ ਵਿੱਚ ਅਸੀਂ ਜਾਣਾਂਗੇ ਕਿ ਸੂਖਮ ਜੀਵ ਕੀ ਹੁੰਦੇ ਹਨ, ਸੂਖਮ ਜੀਵਾਂ ਦੇ ਕਿਹੜੇ ਮੁੱਖ ਵਰਗ ਨੇ, ਇਹ ਸਾਡੇ ਮਿੱਤਰ ਜਾਂ ਦੁਸ਼ਮਣ ਕਿਵੇਂ ਹਨ, ਤੇ ਨਾਲ ਹੀ ਅਸੀਂ ਇਸ ਦੇ ਵਿੱਚ ਜਾਣਾਂਗੇ ਨਾਈਟ੍ਰੋਜਨ ਚੱਕਰ ਬਾਰੇ ਔਰ ਪ੍ਰਤੀਜੈਵਿਕ ਦਵਾਈਆਂ ਐਂਡ ਵੈਕਸੀਨੇਸ਼ਨ ਦੇ ਬਾਰੇ। ਤਾਂ ਚਲੋ ਇਸ ਚੈਪਟਰ ਨੂੰ ਸ਼ੁਰੂ ਕਰਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਵਿੱਚ ਬਹੁਤ ਸਾਰੇ ਜੀਵ ਜੰਤੂ ਪੌਦੇ ਇਹਨਾਂ ਨੂੰ ਆਮ ਤੌਰ ਤੇ ਦੇਖਦੇ ਹਾਂ, ਪਰੰਤੂ ਕੀ ਅਸੀਂ ਕਦੇ ਸੋਚਿਆ ਹੈ ਕਿ ਕੀ ਅਸੀਂ ਇਸ ਜੋ ਬ੍ਰਹਿਮੰਡ ਹੈ ਉਸ ਵਿੱਚ ਮੌਜੂਦ ਹਰ ਇੱਕ ਜੀਵ ਨੂੰ ਦੇਖ ਸਕਦੇ ਹਾਂ? ਤਾਂ ਇਸ ਦਾ ਸਿੱਧਾ ਆਨਸਰ ਹੈ ਨਹੀਂ। ਸਾਡੇ ਇਸ ਬ੍ਰਹਿਮੰਡ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਜੀਵ ਹੈ ਜਿਨ੍ਹਾਂ ਦਾ ਆਕਾਰ ਬਹੁਤ ਹੀ ਸੂਖਮ ਹੈ, ਜਿਹੜੇ ਕਿ ਬਹੁਤ ਹੀ ਛੋਟੇ ਹੈ, ਜਿਨ੍ਹਾਂ ਨੂੰ ਅਸੀਂ ਨਹੀਂ ਦੇਖ ਸਕਦੇ। ਸੂਖਮ ਦਾ ਮਤਲਬ ਬਹੁਤ ਹੀ ਛੋਟਾ, ਜਿਸ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਉਸ ਨੂੰ ਅਸੀਂ ਕੀ ਬੋਲਦੇ ਹਾਂ? ਸੂਖਮ। ਔਰ ਇਸ ਤਰ੍ਹਾਂ ਦੇ ਜੀਵ ਜਿਨ੍ਹਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਉਹਨਾਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ? ਸੂਖਮ ਜੀਵ। ਜਿਵੇਂ ਕਿ ਤੁਸੀਂ ਦੇਖਦੇ ਹੋ, ਜੇਕਰ ਬ੍ਰੈਡ ਜੋ ਹੈ ਉਹ ਸਿੱਲੇ ਮੌਸਮ ਦੇ ਵਿੱਚ ਪਈ ਰਵੇ ਕੁਝ ਦਿਨਾਂ ਦੇ ਲਈ ਤਾਂ ਉਸ ਦੇ ਉੱਪਰ ਕੀ ਹੁੰਦਾ, ਇਸ ਤਰ੍ਹਾਂ ਦੇ ਤੁਹਾਨੂੰ ਹਰੇ ਹਰੇ ਰੰਗ ਦੀ ਉੱਲੀ ਹੈ ਉਹ ਦਿਖਾਈ ਦੇਣ ਲੱਗ ਪੈਂਦੀ ਹੈ। ਇਸੇ ਨੂੰ ਜੇਕਰ ਅਸੀਂ ਨੰਗੀ ਅੱਖ ਨਾਲ ਦੇਖਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦਾ ਹਰਾ ਜਿਹੜਾ ਰੰਗ ਹੈ ਉਹੀ ਦਿਖਾਈ ਦਿੰਦਾ ਹੈ, ਪਰ ਜੇਕਰ ਅਸੀਂ ਇਸ ਨੂੰ ਵਰਦਰਸ਼ੀ ਲੈਂਸ ਦੀ ਸਹਾਇਤਾ ਨਾਲ ਦੇਖਦੇ ਹਾਂ ਤਾਂ ਫਿਰ ਸਾਨੂੰ ਕੀ ਹੈ, ਇੱਥੇ ਹਲਕੀਆਂ ਭੂਰੇ ਰੰਗ ਦੀਆਂ ਜਾਂ ਕਾਲੇ ਰੰਗ ਦੀਆਂ ਜਿਹੜੀਆਂ ਰਚਨਾਵਾਂ ਉਹ ਦਿਖਾਈ ਦਿੰਦੀਆਂ, ਜਿਹਨੂੰ ਅਸੀਂ ਕੀ ਬੋਲਦੇ ਹਾਂ? ਉੱਲੀਆਂ। ਇਹ ਜੋ ਉੱਲੀਆਂ ਇਹਨਾਂ ਨੂੰ ਤਾਂ ਅਸੀਂ ਵਰਦਰਸ਼ੀ ਲੈਂਸ ਦੀ ਸਹਾਇਤਾ ਨਾਲ ਦੇਖ ਲੈਂਦੇ ਹਾਂ, ਪਰੰਤੂ ਜੋ ਬਾਕੀ ਮਾਈਕਰੋਬਸ ਨੇ, ਸੂਖਮ ਜੀਵ ਨੇ, ਉਹਨਾਂ ਨੂੰ ਅਸੀਂ ਵਰਦਰਸ਼ੀ ਲੈਂਸ ਦੀ ਸਹਾਇਤਾ ਨਾਲ ਨਹੀਂ ਦੇਖ ਸਕਦੇ। ਉਹਨਾਂ ਨੂੰ ਦੇਖਣ ਦੇ ਲਈ ਕਿਹਦੀ ਵਰਤੋਂ ਕੀਤੀ ਜਾਂਦੀ ਹੈ? ਸੂਖਮਦਰਸ਼ੀ ਦੀ। ਤਾਂ ਜੋ ਸੂਖਮ ਜੀਵਾਂ ਨੂੰ ਦੇਖਣ ਦੇ ਲਈ ਵਰਤੀ ਜਾਂਦੀ ਹੈ ਉਸ ਨੂੰ ਅਸੀਂ ਕੀ ਨਾਮ ਦਿੰਦੇ ਹਾਂ? ਸੂਖਮਦਰਸ਼ੀ। ਤੇ ਚਲੋ ਨੈਕਸਟ ਅਸੀਂ ਸੂਖਮ ਜੀਵਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਕਿਰਿਆ 2.1। ਇਹਦੇ ਵਿੱਚ ਕੀ ਕਰਨਾ, ਆਪਾਂ ਖੇਤ ਵਿੱਚੋਂ ਕੁਝ ਸਿੱਲੀ ਮਿੱਟੀ ਲੈਣੀ ਆ, ਉਹਨੂੰ ਬੀਕਰ ਵਿੱਚ ਪਾਉਣਾ ਹੈ, ਥੋੜਾ ਉਸ ਵਿੱਚ ਪਾਣੀ ਪਾ ਕੇ ਥੋੜੇ ਸਮੇਂ ਲਈ ਰੱਖ ਦੇਣਾ ਹੈ। ਜਦੋਂ ਮਿੱਟੀ ਥੱਲੇ ਬੈਠ ਜਾਵੇ ਉਸ ਦੇ ਵਿੱਚੋਂ ਕੀ ਕਰਨਾ ਹੈ, ਪਾਣੀ ਦੀ ਇੱਕ ਬੂੰਦ ਲੈਣੀ ਆ, ਉਸ ਨੂੰ ਕੱਚ ਦੀ ਸਲਾਈਡ ਉੱਪਰ ਪਾ ਕੇ ਔਰ ਮਾਈਕਰੋਸਕੋਪ ਦੇ ਨੀਚੇ ਦੇਖਣਾ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਜੋ ਹੈ ਨਜ਼ਾਰਾ ਦੇਖਣ ਨੂੰ ਮਿਲਦਾ ਹੈਗਾ। ਇਹ ਫਸਟ ਐਕਟੀਵਿਟੀ ਹੈ। ਔਰ ਦੂਸਰੀ ਆਪਣੇ ਕੋਲ ਐਕਟੀਵਿਟੀ ਹੈ ਕਿ ਛੱਪੜ ਤੋਂ ਪਾਣੀ ਦੀ ਕੁਝ ਬੂੰਦਾਂ ਲੈ ਕੇ ਆਉਣੀਆਂ, ਆਪਾਂ ਉਹਨਾਂ ਦੀ ਸਹਾਇਤਾ ਨਾਲ ਕੱਚ ਦੀ ਇੱਕ ਸਲਾਈਡ ਤਿਆਰ ਕਰਨੀ ਹੈ ਤੇ ਫਿਰ ਉਸ ਨੂੰ ਆਪਾਂ ਸੂਖਮਦਰਸ਼ੀ ਦੇ ਵਿੱਚ ਦੇਖਣਾ ਹੈ ਕਿ ਸਾਨੂੰ ਕੀ ਦੇਖਣ ਲਈ ਮਿਲਦਾ ਹੈ। ਤਾਂ ਛੱਪੜ ਦੇ ਪਾਣੀ ਤੋਂ ਜੋ ਅਸੀਂ ਕੱਚ ਦੀ ਸਲਾਈਡ ਤਿਆਰ ਕਰਦੇ ਹਾਂ ਉਸ ਦੇ ਵਿੱਚ ਸਾਨੂੰ ਕੀ ਹੈ, ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਉਸ ਦੇ ਵਿੱਚ ਕੀ ਆ, ਬਹੁਤ ਅਨੇਕਾਂ ਪ੍ਰਕਾਰ ਦੇ ਸੂਖਮ ਜੀਵ ਹੁੰਦੇ ਆ ਜਿਹੜੇ ਕਿ ਇਸ ਤਰ੍ਹਾਂ ਤੁਹਾਨੂੰ ਗਤੀ ਕਰਦੇ ਜੋ ਹੈ ਸੂਖਮਦਰਸ਼ੀ ਦੇ ਨੀਚੇ ਮਿਲ ਜਾਣਗੇ। ਨੈਕਸਟ ਆਪਣੇ ਕੋਲ ਹੈ ਕਿ ਸੂਖਮ ਜੀਵ ਜੋ ਹੈ ਇਹਨਾਂ ਨੂੰ ਅਸੀਂ 4 ਮੁੱਖ ਗਰੁੱਪਾਂ ਦੇ ਵਿੱਚ ਵੰਡਦੇ ਹਾਂ। ਇਹ ਸਾਡੇ ਕੋਲ ਕਿਹੜੇ ਗਰੁੱਪ ਨੇ? ਪਹਿਲਾ ਗਰੁੱਪ ਸਾਡੇ ਕੋਲ ਆ ਜਾਂਦਾ ਸੂਖਮ ਜੀਵ ਦੇ ਵਿੱਚ ਬੈਕਟੀਰੀਆ ਦਾ, ਦੂਸਰਾ ਹੈ ਫੰਗੀ, ਤੀਸਰਾ ਹੈ ਪ੍ਰੋਟੋਜੋਆ ਔਰ ਚੌਥਾ ਹੈ ਐਲਗੀ। ਬੈਕਟੀਰੀਆ ਮਤਲਬ ਜੀਵਾਣੂ, ਫੰਗੀ ਉੱਲੀਆਂ, ਪ੍ਰੋਟੋਜੋਆ ਐਲਗੀ, ਇਹਨੂੰ ਕਾਈ ਵੀ ਬੋਲਦੇ ਆ ਔਰ ਇਸ ਨੂੰ ਕੀ ਹੈ, ਸ਼ੈਵਾਲ ਵੀ ਬੋਲ ਦਿੱਤਾ ਜਾਂਦਾ ਹੈ। ਇਹ ਸਾਡੇ ਕੋਲ 4 ਮੁੱਖ ਵਰਗ ਹੈ ਸੂਖਮ ਜੀਵਾਂ ਦੇ। ਔਰ ਇਹ ਤੁਹਾਨੂੰ 1 ਨੰਬਰ ਦਾ ਕੁਐਸਚਨ ਵੀ ਆ ਸਕਦਾ ਹੈ ਕਿ ਸੂਖਮ ਜੀਵਾਂ ਦੇ ਮੁੱਖ ਵਰਗ ਕਿਹੜੇ ਹਨ। ਉਹਦੇ ਵਿੱਚ ਆਪਾਂ ਇਹ ਜੋ 4 ਵਰਗ ਹੈ ਇਹ ਲਿਖ ਦਿੰਦੇ ਆ। ਨੈਕਸਟ ਆਪਣੇ ਕੋਲ ਹੈ ਵਿਸ਼ਾਣੂ, ਇੰਗਲਿਸ਼ ਵਿੱਚ ਇਹਨੂੰ ਬੋਲਦੇ ਆ ਵਾਇਰਸ। ਇਹ ਵੀ ਬਹੁਤ ਸੂਖਮ ਹੁੰਦੇ ਆ, ਇਹਨਾਂ ਨੂੰ ਵੀ ਅਸੀਂ ਸੂਖਮਦਰਸ਼ੀ ਦੀ ਸਹਾਇਤਾ ਨਾਲ ਹੀ ਦੇਖ ਸਕਦੇ ਹਾਂ, ਪਰੰਤੂ ਇਹ ਜੋ ਆਪਣੇ ਕੋਲ ਪਹਿਲਾਂ ਆਪਾਂ ਡਿਸਕਸ ਕੀਤਾ 4 ਸੂਖਮ ਜੀਵ, ਇਹਨਾਂ ਨਾਲੋਂ ਕਿਵੇਂ ਅਲੱਗ ਹੈ ਕਿ ਜੋ ਵਾਇਰਸ ਹੁੰਦੇ ਆ ਇਹਨਾਂ ਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਨਹੀਂ ਹੁੰਦੀ, ਮਤਲਬ ਕਿ ਇਹ ਇਕੱਲੇ ਨਹੀਂ ਰਹਿ ਸਕਦੇ। ਇਹਨਾਂ ਨੂੰ ਰਹਿਣ ਦੇ ਲਈ ਕੀ ਇੱਕ ਮੇਜ਼ਬਾਨ ਜੀਵ ਚਾਹੀਦਾ ਹੁੰਦਾ ਹੈ। ਉਹ ਮੇਜ਼ਬਾਨ ਕੋਈ ਵੀ ਹੋ ਸਕਦਾ ਹੈ, ਜੀਵਾਣੂ ਹੋ ਸਕਦਾ ਹੈ, ਪੌਦਾ ਜੰਤੂ ਹੋ ਸਕਦਾ ਹੈ, ਜਾਂ ਕਹਿ ਲਈਏ ਕਿ ਅਸੀਂ ਹੋ ਸਕਦੇ ਹਾਂ, ਮਨੁੱਖ ਹੋ ਸਕਦੇ ਆ। ਇਹ ਜੋ ਵਾਇਰਸ ਹੈ ਇਹ ਆਪਣੀ ਮੇਜ਼ਬਾਨ ਦੇ ਜੋ ਸੈੱਲ ਹੈ, ਸੈੱਲਾਂ ਦੇ ਵਿੱਚ ਪਹੁੰਚ ਕੇ ਜਨਨ ਕਿਰਿਆ ਕਰਦਾ ਹੈ ਤੇ ਆਪਣੀ ਜੋ ਗਿਣਤੀ ਹੈ ਉਹਦੇ ਵਿੱਚ ਵਾਧਾ ਕਰਦਾ ਹੈ। ਜਿਵੇਂ ਆਪਾਂ ਨੂੰ ਕੀ ਹੈ, ਜ਼ੁਕਾਮ ਹੋ ਜਾਂਦਾ ਹੈ ਜਾਂ ਖੰਘ ਹੋ ਜਾਂਦੀ ਹੈ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਕੀ ਹੋ ਗਿਆ, ਵਾਇਰਲ ਹੋ ਗਿਆ। ਤਾਂ ਉਹ ਵਾਇਰਲ ਕਾਹਦੇ ਕਰਕੇ ਹੁੰਦਾ ਹੈਗਾ? ਵਾਇਰਸ ਦੇ ਕਾਰਨ ਹੁੰਦਾ ਹੈ। ਸਾਡੇ ਸਰੀਰ ਵਿੱਚ ਕੌਣ ਐਂਟਰ ਕਰ ਜਾਂਦਾ ਹੈ? ਵਿਸ਼ਾਣੂ ਜੋ ਐਂਟਰ ਕਰ ਜਾਂਦੇ ਆ, ਜਿਹਦੇ ਕਰਕੇ ਸਾਨੂੰ ਕੀ ਹੈ, ਇਸ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ, ਜ਼ੁਕਾਮ, ਖੰਘ ਔਰ ਹੋਰ ਜੋ ਬਿਮਾਰੀਆਂ ਵਾਇਰਸ ਦੇ ਦੁਆਰਾ ਫੈਲਦੀਆਂ ਉਹਨਾਂ ਵਿੱਚ ਮੁੱਖ ਤੌਰ ਤੇ ਆ ਪੋਲੀਓ, ਚੇਚਕ। ਕੁਝ ਰੋਗ ਇਸ ਤਰ੍ਹਾਂ ਦੇ ਹੁੰਦੇ ਆ ਜੋ ਜੀਵਾਣੂ ਦੁਆਰਾ ਫੈਲਾਏ ਜਾਂਦੇ ਆ, ਠੀਕ ਹੈ, ਜਿਵੇਂ ਕਿ ਮਿਆਦੀ ਬੁਖਾਰ ਹੋ ਗਿਆ, ਟਾਈਫਾਇਡ ਹੋ ਗਈ, ਟੀਬੀ ਹੋ ਗਈ। ਕੁਝ ਰੋਗ ਜੋ ਹੈ ਪ੍ਰੋਟੋਜੋਆ ਦੇ ਕਾਰਨ ਵੀ ਫੈਲਦੇ ਆ, ਜਿਵੇਂ ਹੈਜਾ ਹੋ ਗਿਆ ਜਾਂ ਮਲੇਰੀਆ ਹੋ ਗਿਆ। ਨੈਕਸਟ ਆਪਣੇ ਕੋਲ ਹੈ ਜੋ ਜੀਵਾਣੂ ਸ਼ੈਵਾਲ ਮਤਲਬ ਐਲਗੀ ਹੋ ਗਈ, ਪ੍ਰੋਟੋਜੋਆ ਹੋ ਗਏ, ਉੱਲੀ ਹੋ ਗਈ, ਕਿ ਇਹ ਸਾਨੂੰ ਸੂਖਮਦਰਸ਼ੀ ਦੇ ਨੀਚੇ ਜੋ ਹੈ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਆ ਉਹ ਸਾਰਾ ਇਹਦੇ ਵਿੱਚ
ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੂਖਮਦਰਸ਼ੀ ਦੇ ਨੀਚੇ ਜੇਕਰ ਅਸੀਂ ਉੱਲੀ ਨੂੰ ਦੇਖਦੇ ਹਾਂ ਤਾਂ ਉੱਲੀ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ, ਇਸ ਤਰ੍ਹਾਂ ਦੀ, ਔਰ ਇਹ ਵੀ ਉੱਲੀ ਦੀ ਹੀ ਇੱਕ ਟਾਈਪ ਹੈ ਜੋ ਸਾਨੂੰ ਸੂਖਮਦਰਸ਼ੀ ਦੇ ਨੀਚੇ ਦਿਖਾਈ ਕਿਸ ਤਰ੍ਹਾਂ ਦਿੰਦੀ ਹੈ ਉਹ ਦਿਖਾਇਆ ਗਿਆ। ਇਸੇ ਤਰ੍ਹਾਂ ਹੀ ਹੋਰ ਜੋ ਸੂਖਮ ਜੀਵ ਹੈ ਉਹ ਸਾਨੂੰ ਮਾਈਕਰੋਸਕੋਪ ਦੇ ਅੰਦਰ ਸੂਖਮਦਰਸ਼ੀ ਦੇ ਅੰਦਰ ਕਿਵੇਂ ਦਿਖਾਈ ਦਿੰਦੇ ਆ ਉਹ ਇੱਥੇ ਦਿਖਾਇਆ ਗਿਆ। ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਹੀ ਆ ਕਰੋਨਾ ਵਾਇਰਸ ਜੋ ਹੈ ਉਹ ਸੂਖਮਦਰਸ਼ੀ ਦੇ ਨੀਚੇ ਸਾਨੂੰ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਉਹ ਦਿਖਾਇਆ ਗਿਆ। ਵੈਸੇ ਆਪਾਂ ਕਰੋਨਾ ਵਾਇਰਸ ਨੂੰ ਨਹੀਂ ਦੇਖ ਸਕਦੇ। ਹੁਣ ਜਿਵੇਂ ਆਪਾਂ ਇੰਨਾ ਪ੍ਰਚਾਰ ਚੱਲ ਰਿਹਾ ਕਿ ਕਰੋਨਾ ਵਾਇਰਸ ਹੁੰਦਾ ਹੈ, ਹਵਾ ਦੇ ਰਾਹੀਂ ਫੈਲਦਾ ਹੈ, ਤਾਂ ਆਪਾਂ ਉਹਨੂੰ ਵੈਸੇ ਤਾਂ ਹਵਾ ਵਿੱਚ ਦੇਖ ਨਹੀਂ ਸਕਦੇ। ਸੂਖਮਦਰਸ਼ੀ ਦੇ ਨੀਚੇ ਜੇਕਰ ਆਪਾਂ ਦੇਖਦੇ ਹਾਂ ਉਹਨੂੰ ਤਾਂ ਉਹ ਸਾਨੂੰ ਕਿਵੇਂ ਦਾ ਦਿਖਾਈ ਦਿੰਦਾ, ਇਸ ਤਰ੍ਹਾਂ ਦਾ। ਇਸੇ ਤਰ੍ਹਾਂ ਹੀ ਕਈ ਹੋਰ ਆਪਣੇ ਕੋਲ ਸੂਖਮ ਜੀਵ ਜੋ ਹੈ ਉਹ ਦਿਖਾਏ ਗਏ ਆ ਜਿਨ੍ਹਾਂ ਨੂੰ ਅਸੀਂ ਵੈਸੇ ਤਾਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ परंतु सूक्ष्मदर्शी की सहायता नाल देख सकते हैं। ये अपने कोल की है अमीबा और ये दिखाया गया पैरामीशियम। ये भी अपने कोल एक प्रोटोजोआ टाइप ही दिखाया गया। पैरामीशियम है कि किस तरह वो सूक्ष्मदर्शी के नीचे गति करते हुए अपन दिखाए गए हैं। ये अपने कोल बैक्टीरिया जो जीवाणु है वो दिखाए गए हैं। किस प्रकार के जीवाणु है, ये षाड़ाकार जीवाणु है, वो सूक्ष्मदर्शी के नीचे अपन किवें दिखाई दिंदे आ वो दिखाया गया। नैक्सट अपने कोल है कि सूक्ष्म जीव कित्थे रहिंदे हन। तो सूक्ष्म जीव जो है वो किसी भी प्रकार के जो वातावरण है उहदे विच रह लैंदे आ। किसी भी प्रकार का वातावरण होवे, बर्फ वर्गा चाहे ठंडा पानी होवे, गर्म पानी के चश्मे होन, मारूथल होवे जां दलदली थावां होन, तो सूक्ष्म जीव जो है वो किसी भी प्रकार के वातावरण विच सानू मिल जांदे आ। इत्थों तक कि जो मनुखी शरीर है उहदे उपर भी अनेकां ही किस्म के जो सूक्ष्म जीव है वो पाए जाते हैं। कई सूक्ष्म जीव जो है वो इकल्ले रह सकते हैं, अपनी सुतंत्र होंद रखते हैं, जिवें अमीबा हो गया, पैरामीशियम हो गया। इन्हां नूं रहण दे लई ना किसी दा शरीर चाहिदा है, ना ही इन्हां नूं कॉलोनी बनाउण दी जरूरत पैंदी है। अमीबा पैरामीशियम एक ही है, इकल्ले रह सकते हैं। परंतु कुछ इस तरह के हुंदे आ जो समूह बना के रहिंदे आ, जिवें कि उल्लियां हो गईयां जां जीवाणु हो गए। जिवें दिखाया गया अपने कोल कि साडे मूँह दे विच तकरीबन 600 तो वध किस्म के जो माइक्रो ऑर्गेनिज्म है, सूक्ष्म जीव है, वो साडे मूँह दे अंदर पाए जाते हैं। इस तरह साडी छोटी आंदर होगी, ਵੱਡੀ ਅੰਦਰ ਹੋਗੀ, ਸਾਡੇ ਪੇਟ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਜੋ ਸੂਖਮ ਜੀਵ ਹੈ ਉਹ ਪਾਏ ਜਾਂਦੇ ਆ। ਨੈਕਸਟ ਹੈ ਕਿ ਮਾਈਕਰੋ ਆਰਗੇਨਿਜ਼ਮ ਜਿਹੜੇ ਆ ਉਹ ਸਾਡੀ ਲਾਈਫ ਦੇ ਵਿੱਚ ਸਾਨੂੰ ਕਿਵੇਂ ਪ੍ਰਭਾਵਿਤ ਕਰਦੇ ਆ ਉਹਦੇ ਬਾਰੇ ਅਸੀਂ ਜਾਣਦੇ ਆ। ਤਾਂ ਸੂਖਮ ਜੀਵ ਜੋ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਹੀ ਮਹੱਤਵਪੂਰਨ ਰੋਲ ਨਿਭਾਉਂਦੇ ਆ। ਕੁਝ ਜਿਹੜੇ ਸੂਖਮ ਜੀਵ ਆ ਉਹ ਸਾਡੇ ਲਈ ਲਾਭਦਾਇਕ ਹੁੰਦੇ ਆ, ਸਾਡੇ ਮਿੱਤਰ ਹੁੰਦੇ ਆ, ਔਰ ਕੁਝ ਸਾਡੇ ਲਈ ਕੀ ਹੁੰਦੇ ਆ, ਹਾਨੀਕਾਰਕ। ਜਿਵੇਂ ਕਿ ਅਧਿਆਏ ਦਾ ਆਪਣਾ ਨਾਮ ਹੀ ਹੈ ਸੂਖਮ ਜੀਵ ਮਿੱਤਰ ਅਤੇ ਦੁਸ਼ਮਣ। ਜੇਕਰ ਇਹ ਸਾਡੇ ਮਿੱਤਰ ਹੈ ਤਾਂ ਸਾਡੇ ਲਈ ਕੀ ਹੈ ਇਹ ਲਾਭਦਾਇਕ, ਔਰ ਸਾਡੇ ਦੁਸ਼ਮਣ ਕਿਵੇਂ ਆ ਇਹ, ਕਿਉਂਕਿ ਸਾਨੂੰ ਕੁਝ ਹਾਨੀਆਂ ਵੀ ਪਹੁੰਚਾਉਂਦੇ ਆ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਮਿੱਤਰ ਸੂਖਮ ਜੀਵ ਕਿਹੜੇ ਆ ਤੇ ਕਿਵੇਂ ਸਾਡੇ ਲਈ ਲਾਭਦਾਇਕ ਹੁੰਦੇ ਆ। ਤਾਂ ਸੂਖਮ ਜੀਵ ਜੋ ਹੈ ਇਹਨਾਂ ਦੀ ਵਰਤੋਂ ਦਹੀਂ ਬਣਾਉਣ ਲਈ, ਡਬਲ ਰੋਟੀ ਬਣਾਉਣ ਲਈ, ਕੇਕ ਬਣਾਉਣ ਲਈ, ਇੱਥੋਂ ਤੱਕ ਕਿ ਸ਼ਰਾਬ ਬਣਾਉਣ ਲਈ ਜੋ ਹੈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਔਰ ਜੋ ਸੂਖਮ ਜੀਵ ਹੈ ਜੋ ਵਾਤਾਵਰਨ ਦੇ ਵਿੱਚ ਸੰਜੀਵਾਂ ਦੀ ਰਹਿੰਦ ਖੂੰਹਦ ਹੁੰਦੀ ਹੈ, ਜਿਵੇਂ ਕਿ ਸਬਜ਼ੀਆਂ ਦੇ ਛਿਲਕੇ ਹੋ ਗਏ, ਫੋਕਟ ਪਦਾਰਥ ਹੋ ਗਿਆ, ਪਸ਼ੂਆਂ ਦਾ ਗੋਬਰ ਹੋ ਗਿਆ, ਇਹਨਾਂ ਨੂੰ ਕੀ ਕਰਦੇ ਆ, ਇਹ ਇਹਨਾਂ ਦਾ ਅਪਘਟਨ ਕਰਦੇ ਆ, ਔਰ ਅਪਘਟਨ ਕਰਕੇ ਇਹਨਾਂ ਨੂੰ ਕਾਹਦੇ ਵਿੱਚ ਬਦਲ ਦਿੰਦੇ ਆ, ਸਰਲ ਪਦਾਰਥਾਂ ਵਿੱਚ। ਉਹਨਾਂ ਨੂੰ ਕੀ ਬਣਾ ਦਿੰਦੇ ਆ, ਇਹ ਵਰਤੋਯੋਗ। ਵਰਤੋਯੋਗ ਕਹਿਣ ਦਾ ਭਾਵ ਕਿ ਉਹਨਾਂ ਦੀ ਕੀ ਬਣ ਜਾਂਦੀ ਹੈ, ਖਾਦ ਬਣ ਜਾਂਦੀ ਹੈ, ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ। ਖੇਤੀਬਾੜੀ ਦੇ ਵਿੱਚ ਵੀ ਜੀਵਾਣੂ ਜੋ ਹੈ ਉਹ ਮਹੱਤਵਪੂਰਨ ਰੋਲ ਅਦਾ ਕਰਦੇ ਆ। ਜਿਵੇਂ ਕਿ ਇੱਕ ਜੀਵਾਣੂ ਹੁੰਦਾ ਰਾਈਜ਼ੋਬੀਅਮ ਨਾਮ ਦਾ, ਜਿਹੜਾ ਕੀ ਕਰਦਾ ਵਾਤਾਵਰਨ ਵਿਚਲੀ ਜਿਹੜੀ ਨਾਈਟ੍ਰੋਜਨ ਹੈ ਉਹਦਾ ਸਥਿਰੀਕਰਨ ਕਰਕੇ ਉਹਨੂੰ ਕਿੱਥੇ ਪਹੁੰਚਾ ਦਿੰਦਾ, ਭੂਮੀ ਦੇ ਵਿੱਚ, ਔਰ ਉਹਦੇ ਨਾਲ ਕੀ ਹੋ ਜਾਂਦੀ ਹੈ, ਭੂਮੀ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਕਰਕੇ ਜੋ ਸੂਖਮ ਜੀਵ ਆ ਉਹ ਅਨੇਕਾਂ ਪ੍ਰਕਾਰ ਨਾਲ ਸਾਡੀ ਸਹਾਇਤਾ ਕਰਦੇ ਆ। ਹੁਣ ਅਸੀਂ ਦੇਖਦੇ ਹਾਂ ਦਹੀਂ ਤੇ ਡਬਲ ਰੋਟੀ ਹੈ ਜਿਹੜੀ ਉਹ ਕਿਸ ਤਰ੍ਹਾਂ ਬਣਦੀ ਹੈ, ਔਰ ਸੂਖਮ ਜੀਵ ਜੋ ਆ ਉਹ ਕਿਸ ਤਰ੍ਹਾਂ ਸਾਡੀ ਸਹਾਇਤਾ ਕਰਦੇ ਆ ਇਹ ਬਣਾਉਣ ਦੇ ਵਿੱਚ। ਤਾਂ 7ਵੀਂ ਦੇ ਵਿੱਚ ਤੁਸੀਂ ਪੜ੍ਹਿਆ ਹੈਗਾ ਕਿ ਜੀਵਾਣੂ ਦੁੱਧ ਨੂੰ ਦਹੀਂ ਵਿੱਚ ਕਿਵੇਂ ਬਦਲਦੇ ਆ। ਤਾਂ ਦੁੱਧ ਨੂੰ ਦਹੀਂ ਵਿੱਚ ਬਦਲਣ ਵਾਲਾ ਜਿਹੜਾ ਜੀਵਾਣੂ ਹੈ ਉਹ ਕਿਹੜਾ ਹੁੰਦਾ ਹੈਗਾ, ਲੈਕਟੋਬੈਸਿਲਸ। ਇਹ ਅਸੀਂ 7ਵੀਂ ਜਮਾਤ ਦੇ ਵਿੱਚ ਪੜ੍ਹਿਆ ਹੈਗਾ ਕਿ ਲੈਕਟੋਬੈਸਿਲਸ ਕੀ ਕਰਦਾ, ਦੁੱਧ ਨੂੰ ਦਹੀਂ ਵਿੱਚ ਬਦਲ ਦਿੰਦਾ ਹੈ। ਇਹਨੂੰ ਬਦਲਣ ਦੇ ਲਈ ਜ਼ਰੂਰੀ ਸ਼ਰਤ ਇਹ ਹੁੰਦੀ ਹੈ ਦੁੱਧ ਦਾ ਜੋ ਤਾਪਮਾਨ ਹੈ ਉਹ ਨਾ ਤਾਂ ਜ਼ਿਆਦਾ ਗਰਮ ਹੋਣਾ ਚਾਹੀਦਾ ਔਰ ਨਾ ਹੀ ਜ਼ਿਆਦਾ ਠੰਡਾ ਹੋਣਾ ਚਾਹੀਦਾ, ਵਿੱਚ ਵਿਚਕਾਰ ਹੋਣਾ ਚਾਹੀਦਾ, ਤਾਂ ਹੀ ਜੋ ਦੁੱਧ ਹੈ ਉਸ ਦੀ ਦਹੀਂ ਬਣੇਗੀ। ਠੀਕ ਹੈ, ਤਾਂ ਹੀ ਦੁੱਧ ਸਹੀ ਜੰਮੇਗਾ। ਜੇਕਰ ਦੁੱਧ ਦਾ ਤਾਪਮਾਨ ਸਹੀ ਹੋਏਗਾ, ਲੈਕਟੋਬੈਸਿਲਸ ਨਾਂ ਦਾ ਜੀਵਾਣੂ ਹੈ ਉਹ ਕੀ ਆ, ਦੁੱਧ ਵਿੱਚ ਤੇਜ਼ੀ ਨਾਲ ਆਪਦਾ ਵਾਧਾ ਸ਼ੁਰੂ ਕਰਦਾ ਤੇ ਉਹਨੂੰ ਕਾਹਦੇ ਵਿੱਚ ਬਦਲ ਦਿੰਦਾ, ਦਹੀਂ ਦੇ ਵਿੱਚ। ਹੋਰ ਜੀਵਾਣੂ ਦੀ ਵਰਤੋਂ ਆਪਾਂ ਕਾਹਦੇ ਵਿੱਚ ਕਰਦੇ ਹਾਂ, ਪਨੀਰ ਬਣਾਉਣ ਲਈ, ਅਚਾਰ ਬਣਾਉਣ ਲਈ, ਇਹਦੇ ਵਿੱਚ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਡਬਲ ਰੋਟੀ ਵਗੈਰਾ ਬਣਾਉਣ ਦੇ ਲਈ ਕਿਹਦੀ ਵਰਤੋਂ ਕੀਤੀ ਜਾਂਦੀ ਹੈ, ਖਮੀਰ ਦੀ। ਨੈਕਸਟ ਆਪਣੇ ਕੋਲ ਇਹਦੇ ਵਿੱਚ ਵੀ ਇਹੀ ਦਿਖਾਇਆ ਗਿਆ ਕਿ ਜੋ ਸੂਖਮ ਜੀਵ ਆ ਉਹ ਸਾਡੇ ਸਰੀਰ ਵਿੱਚ ਕਿੱਥੇ ਕਿੱਥੇ ਪਾਏ ਜਾਂਦੇ ਆ। ਨੈਕਸਟ ਹੈ ਕਿ ਜੋ ਸੂਖਮ ਜੀਵ ਆ ਉਹ ਸਾਡੇ ਲਈ ਕਿਸ ਤਰ੍ਹਾਂ ਲਾਭਦਾਇਕ ਹੁੰਦੇ ਆ, ਉਹ ਇੱਥੇ ਦਿਖਾਇਆ ਗਿਆ। ਪ੍ਰੋਬਾਇਓਟਿਕ ਮਤਲਬ ਜੋ ਸੂਖਮ ਜੀਵ ਸਾਡੀ ਸਹਾਇਤਾ ਕਰਦੇ ਆ,
ਜੋ ਸੂਖਮ ਜੀਵ ਹੈ ਇਹ ਜਿਉਂਦੇ ਹੀ ਸਾਡੇ ਸਰੀਰ ਵਿੱਚ ਪਹੁੰਚ ਜਾਂਦੇ ਆ, ਕਿਸੇ ਵੀ ਤਰ੍ਹਾਂ ਜੋ ਆਪਾਂ ਫੂਡ ਲੈਨੇ ਆ ਉਹਦੇ ਥਰੂ ਸਾਡੇ ਸਰੀਰ ਵਿੱਚ ਪਹੁੰਚ ਜਾਂਦੇ ਆ ਔਰ ਇਹ ਪਾਚਨ ਕਿਰਿਆ ਦੇ ਵਿੱਚ ਸਹਾਇਤਾ ਕਰਦੇ ਆ। ਫੂਡ ਜੋ ਹੈ ਉਹ ਜਲਦੀ ਪਚ ਜਾਂਦਾ ਹੈ, ਸਾਡੀ ਜੋ ਸਿਹਤ ਆ ਉਹ ਵਧੀਆ ਰਹਿੰਦੀ ਹੈ ਜੇਕਰ ਅਸੀਂ ਪ੍ਰੋਬਾਇਓਟਿਕਸ ਲੈਨੇ ਆ। ਤੇ ਇਹ ਸਾਡਾ ਕੀ ਆ, ਜੋ ਹਾਰਮਫੁਲ ਬੈਕਟੀਰੀਆ ਹੁੰਦੇ ਆ, ਜੋ ਦੁਸ਼ਮਣ ਜੀਵਾਣੂ ਹੁੰਦੇ ਆ, ਉਹਨਾਂ ਤੋਂ ਸਾਡੀ ਕੀ ਕਰਦੇ ਆ, ਇਹ ਰੱਖਿਆ ਕਰਦੇ ਆ। ਕਿਹੜੇ ਕਿਹੜੇ ਪ੍ਰੋਬਾਇਓਟਿਕ ਫੂਡ ਹੈ ਜਿਹੜੇ ਸਾਨੂੰ ਲੈਣੇ ਚਾਹੀਦੇ ਆ ਉਹ ਸਾਡੇ ਕੋਲ ਇੱਥੇ ਦਿਖਾਏ ਗਏ। ਜੋ ਸਭ ਤੋਂ ਆਮ ਜੋ ਘਰਾਂ ਵਿੱਚ ਸਾਡੇ ਕੋਲ ਹੁੰਦਾ ਹੈਗਾ ਉਹ ਕੀ ਹੁੰਦਾ ਹੈਗਾ, ਦਹੀਂ ਔਰ ਗੋਟਸ ਮਿਲਕ। ਨੈਕਸਟ ਆਪਣੇ ਕੋਲ ਐਕਟੀਵਿਟੀ ਆ 2.3 ਜਿਹਦੇ ਵਿੱਚ ਕੀ ਕਰਨਾ ਹੈਗਾ ਕਿ ਅਸੀਂ ਅੱਧਾ ਕਿਲੋ ਆਟਾ ਲੈਣਾ ਹੈ, ਉਸ ਦੇ ਵਿੱਚ ਚੀਨੀ ਮਿਲਾ ਕੇ ਪਲੱਸ ਖਮੀਰ ਪਾਊਡਰ ਮਿਲਾ ਕੇ ਉਸ ਆਟੇ ਨੂੰ ਅਸੀਂ ਗੁੰਨ ਕੇ ਥੋੜੇ ਸਮੇਂ ਲਈ ਰੱਖ ਦੇਣਾ ਹੈ। ਜਦੋਂ ਅਸੀਂ ਉਸ ਆਟੇ ਨੂੰ ਗੁੰਨ ਕੇ ਥੋੜੇ ਸਮੇਂ ਲਈ ਰੱਖਾਂਗੇ, ਬਾਅਦ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਉਹ ਜੋ ਆਟਾ ਹੈ ਉਹ ਕੀ ਹੋ ਜਾਂਦਾ ਹੈ, ਫੁੱਲ ਜਾਂਦਾ ਹੈ। ਇਹ ਆਟਾ ਕਿਉਂ ਫੁੱਲ ਜਾਂਦਾ ਹੈ? ਖਮੀਰ ਦੇ ਕਰਕੇ। ਜੋ ਖਮੀਰ ਹੈ ਉਹ ਬੜੀ ਤੇਜ਼ੀ ਨਾਲ ਜਨਨ ਕਿਰਿਆ ਕਰਦੇ ਆ, ਤਾਂ ਜਦੋਂ ਉਹਨਾਂ ਦੀ ਗਿਣਤੀ ਵਧੂਗੀ ਤਾਂ ਉਹਨਾਂ ਖਮੀਰ ਦੀ ਸਾਹ ਕਿਰਿਆ ਦੇ ਕਾਰਨ ਕੀ ਪੈਦਾ ਹੁੰਦੀ ਆ, ਕਾਰਬਨ ਡਾਈਆਕਸਾਈਡ ਗੈਸ। ਤੇ ਇਹੀ ਕਾਰਬਨ ਡਾਈਆਕਸਾਈਡ ਗੈਸ ਦੇ ਜਿਹੜੇ ਬੁਲਬੁਲੇ ਹੁੰਦੇ ਆ ਉਹ ਆਟੇ ਵਿੱਚ ਫੈਲ ਜਾਂਦੇ ਆ, ਜਿਹਦੇ ਕਰਕੇ ਜਿਹੜਾ ਆਟਾ ਉਹ ਕੀ ਆ, ਫੁੱਲ ਜਾਂਦਾ ਹੈ ਔਰ ਇਸ ਆਟੇ ਦਾ ਆਇਤਨ ਜਿਹੜਾ ਉਹ ਵੱਧ ਜਾਂਦਾ ਹੈ। ਇਸੇ ਜੋ ਸਿਧਾਂਤ ਹੈ ਉਹਨੂੰ ਬੇਕਰੀ ਉਦਯੋਗ ਜਿਹੜਾ ਹੈਗਾ ਉਹਦੇ ਵਿੱਚ ਵਰਤਿਆ ਜਾਂਦਾ ਹੈ, ਡਬਲ ਰੋਟੀ, ਪੇਸਟਰੀ, ਕੇਕ ਵਗੈਰਾ ਇਹ ਬਣਾਉਣ ਦੇ ਵਾਸਤੇ। ਜਿਵੇਂ ਅਸੀਂ ਆ ਦੇਖਦੇ ਆ ਨਾ ਕਿ ਜੋ ਬ੍ਰੈਡ ਬਣਾਉਣੇ ਆ ਜਾਂ ਕੇਕ ਬਣਾਉਣੇ ਆ ਉਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਆ ਸੁਰਾਖ ਵਗੈਰਾ ਦਿਖਾਈ ਦਿੰਦੇ ਆ। ਇਹ ਸੁਰਾਖ ਕਾਦੇ ਕਰਕੇ ਹੁੰਦੇ ਆ? ਕਾਰਬਨ ਡਾਈਆਕਸਾਈਡ ਗੈਸ ਦੇ ਕਾਰਨ। ਔਰ ਇਹ ਕਾਰਬਨ ਡਾਈਆਕਸਾਈਡ ਗੈਸ ਕਿਹਦੇ ਕਾਰਨ ਆਉਂਦੀ ਹੈਗੀ? ਖਮੀਰ ਦੇ ਕਾਰਨ। ਨੈਕਸਟ ਹੈ ਜੀਵਾਣੂਆਂ ਦੇ ਵਪਾਰਕ ਲਾਭ ਕੀ ਹੈਗੇ। ਵੱਡੇ ਪੱਧਰ ਉੱਤੇ ਜਿਹੜੇ ਜੀਵਾਣੂ ਹੈ ਉਹਨਾਂ ਦਾ ਵਰਤੋਂ ਕਾਦੇ ਵਿੱਚ ਕੀਤੀ ਜਾਂਦੀ ਹੈ? ਅਲਕੋਹਲ ਬਣਾਉਣ ਲਈ, ਸ਼ਰਾਬ ਜਾਂ ਫਿਰ ਐਸਟਿਕ ਐਸਿਡ ਜੋ ਸਿਰਕਾ ਹੈ ਉਹ ਬਣਾਉਣ ਲਈ ਜੀਵਾਣੂ ਜਿਹੜੇ ਆ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਔਰ ਇਹਦੇ ਵਿੱਚ ਕਿਹਨੂੰ ਕੰਮ ਵਿੱਚ ਲਿਆ ਜਾਂਦਾ ਹੈ? ਬਾਜਰੇ, ਕਣਕ, ਚਾਵਲ ਜਾਂ ਫਿਰ ਫਲ ਦੇ ਜੂਸ ਜੋ ਹੁੰਦੇ ਆ ਉਹਨਾਂ ਦੀ ਖਮੀਰਨ ਕਿਰਿਆ ਕਰਵਾਈ ਜਾਂਦੀ ਹੈ ਔਰ ਉਹਨਾਂ ਤੋਂ ਸ਼ਰਾਬ, ਅਲਕੋਹਲ ਇਹ ਜੋ ਹੈ ਵੱਡੇ ਪੱਧਰ ਦੇ ਉੱਪਰ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਕੇ ਜਿਹੜੇ ਜੀਵਾਣੂ ਉਹਨਾਂ ਦਾ ਵਪਾਰਕ ਪੱਧਰ ਦੇ ਉੱਪਰ ਲਾਭ ਲਿਆ ਜਾਂਦਾ ਹੈ। ਨੈਕਸਟ ਆਪਣੇ ਕੋਲ ਹੈ ਕਿਰਿਆ 2.4। ਇਸ ਦੇ ਵਿੱਚ ਕੀ ਦਿਖਾਇਆ ਹੈ ਕਿ 500 ਮਿਲੀਲੀਟਰ ਦੇ ਬੀਕਰ ਵਿੱਚ 3/4 ਹਿੱਸੇ ਤੱਕ ਪਾਣੀ ਪਾ ਦਿਓ ਔਰ ਉਹਦੇ ਵਿੱਚ ਕੀ ਕਰਨਾ ਹੈ, ਅਸੀਂ 2-3 ਚਮਚ ਚੀਨੀ ਦੇ ਘੋਲ ਦੇ ਪਾਉਣੇ ਆ। ਖੰਡ ਦੇ ਘੋਲ ਵਿੱਚ ਅੱਧਾ ਚਮਚ ਖਮੀਰ ਪਾਊਡਰ ਮਿਲਾ ਦੇਣਾ ਹੈ ਤੇ ਫਿਰ ਉਸ ਨੂੰ ਕੀ ਆ, ਕਿਸੇ ਨਿੱਘੇ ਸਥਾਨ ਦੇ ਉੱਤੇ 4-5 ਘੰਟੇ ਲਈ ਰੱਖ ਦੇਣਾ ਹੈ। ਥੋੜੇ ਸਮੇਂ ਬਾਅਦ ਉਸ ਘੋਲ ਨੂੰ ਕੀ ਆ, ਸੁੰਘ ਕੇ ਦੇਖਣਾ ਹੈ ਤੇ ਇਹ ਦੇਖਣਾ ਹੈ ਕਿ ਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਗੰਧ ਮਹਿਸੂਸ ਹੁੰਦੀ ਹੈ। ਤੇ ਜੇਕਰ ਉੱਥੇ ਸਾਨੂੰ ਗੰਧ ਮਹਿਸੂਸ ਹੁੰਦੀ ਹੈ, ਉਹ ਗੰਧ ਕਿਹਦੀ ਹੁੰਦੀ ਹੈਗੀ? ਅਲਕੋਹਲ ਦੀ। ਠੀਕ ਹੈ, ਜਿਸ ਤਰ੍ਹਾਂ ਦੀ ਸ਼ਰਾਬ ਦੇ ਵਿੱਚੋਂ ਤੁਹਾਨੂੰ ਸਮੈਲ ਆਉਂਦੀ ਹੈ ਉਸ ਤਰ੍ਹਾਂ ਦੀ ਤੁਹਾਨੂੰ ਸਮੈਲ ਜੋ ਹੈ ਉਹ ਉੱਥੇ ਮਿਲੇਗੀ ਕਿ ਜੋ ਖਮੀਰ ਹੈ ਉਹਨੇ ਖੰਡ ਨੂੰ ਕਾਹਦੇ ਵਿੱਚ ਬਦਲਤਾ? ਅਲਕੋਹਲ ਦੇ ਵਿੱਚ। ਔਰ ਇਸੇ ਹੀ ਕਿਰਿਆ ਨੂੰ ਅਸੀਂ ਕਿਹਦਾ ਨਾਮ ਦਿੰਨੇ ਆ? ਖਮੀਰਨ ਕਿਰਿਆ ਦਾ। ਖੰਡ ਦੇ ਅਲਕੋਹਲ ਵਿੱਚ ਪਰਿਵਰਤਿਤ ਹੋਣ ਦੀ ਜਿਹੜੀ ਕਿਰਿਆ ਉਹਨੂੰ ਅਸੀਂ ਕੀ ਬੋਲਦੇ ਆ? ਖਮੀਰਨ ਕਿਰਿਆ। ਔਰ ਇਸ ਦੀ ਖੋਜ ਇਹਨਾਂ ਨੇ ਕੀਤੀ ਸੀ? ਲੂਇਸ ਪਾਸਚਰ ਨੇ 1857 ਈਸਵੀ ਦੇ ਵਿੱਚ। ਇਹ ਤੁਹਾਨੂੰ ਕੁਐਸਚਨ ਆ ਸਕਦਾ ਹੈ, ਇਹ ਤੁਸੀਂ ਯਾਦ ਰੱਖਣਾ ਹੈ ਕਿ ਖਮੀਰਨ ਕਿਰਿਆ ਕੀ ਹੁੰਦੀ ਆ? ਖੰਡ ਦੇ ਅਲਕੋਹਲ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਅਸੀਂ ਕੀ ਬੋਲਦੇ ਆ? ਖਮੀਰਨ ਕਿਰਿਆ। ਇਹ ਆਪਣੇ ਕੋਲ ਦਿਖਾਇਆ ਗਿਆ ਹੈ ਕਿ ਜੋ ਜੀਵਾਣੂ ਉਹਨਾਂ ਦਾ ਵਪਾਰਕ ਪੱਧਰ ਦੇ ਉੱਪਰ ਕਿਸ ਤਰ੍ਹਾਂ ਬੈਨੀਫਿਟ ਹੈ। ਬੇਕਰੀ ਉਦਯੋਗ ਵਿੱਚ ਵਰਤਿਆ ਜਾਂਦਾ ਹੈ, ਅਲਕੋਹਲ ਬਣਾਉਣ ਵਿੱਚ, ਪਨੀਰ ਵਗੈਰਾ ਬਣਾਉਣ ਦੇ ਵਿੱਚ ਇਹਨਾਂ ਦੀ ਜੋ ਹੈ ਵਰਤੋਂ ਕੀਤੀ ਜਾਂਦੀ ਹੈ। ਔਰ ਨੈਕਸਟ ਆਪਣੇ ਕੋਲ ਹੈ ਦਵਾਈਆਂ ਬਣਾਉਣ ਵਿੱਚ ਜੀਵਾਣੂਆਂ ਦੀ ਵਰਤੋਂ, ਯੂਜ਼ ਆਫ ਬੈਕਟੀਰੀਆ ਇਨ ਮੈਡੀਸਿਨਸ। ਜਦੋਂ ਅਸੀਂ ਬਿਮਾਰ ਹੁੰਨੇ ਆ, ਡਾਕਟਰ ਕੋਲ ਜਾਂਦੇ ਆ ਤਾਂ ਡਾਕਟਰ ਸਾਨੂੰ ਕੀ ਕਹਿੰਦਾ ਕਿ ਐਂਟੀਬਾਇਓਟਿਕਸ ਲੈ ਲਓ। ਐਂਟੀਬਾਇਓਟਿਕਸ ਨੂੰ ਅਸੀਂ ਕੀ ਬੋਲਦੇ ਆ ਪੰਜਾਬੀ ਦੇ ਵਿੱਚ? ਪ੍ਰਤੀ ਜੈਵਿਕ ਦਵਾਈਆਂ। ਇਹ ਜੋ ਪ੍ਰਤੀ ਜੈਵਿਕ ਦਵਾਈਆਂ ਇਹ ਕਿਹਦੇ ਤੋਂ ਬਣਦੀਆਂ? ਜੀਵਾਣੂਆਂ ਤੋਂ। ਇਹ ਸੂਖਮ ਜੀਵਾਂ ਤੋਂ ਬਣੀਆਂ ਦਵਾਈਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਬੋਲਦੇ ਆ ਐਂਟੀਬਾਇਓਟਿਕਸ। ਇਹਨਾਂ ਦਵਾਈਆਂ ਦੇ ਜਿਹੜੇ ਸਰੋਤ ਹੈ ਉਹ ਕੀ ਹੁੰਦੇ ਆ? ਸੂਖਮ ਜੀਵ। ਇਹ ਦਵਾਈਆਂ ਬਿਮਾਰੀ ਦੇ ਕਾਰਨ ਬਣੇ ਜੀਵਾਣੂਆਂ ਨੂੰ ਤਾਂ ਮਾਰ ਦਿੰਦੀਆਂ ਹਨ ਜਾਂ ਫਿਰ ਉਹਨਾਂ ਦੀ ਵ੍ਰਿੱਧੀ ਨੂੰ ਰੋਕ ਦਿੰਦੀਆਂ ਹਨ। ਇਹਨਾਂ ਦਵਾਈਆਂ ਨੂੰ ਅਸੀਂ ਕੀ ਬੋਲਦੇ ਆ? ਪ੍ਰਤੀ ਜੈਵਿਕ ਦਵਾਈਆਂ। ਇਹ ਜੋ ਦਵਾਈਆਂ ਇਹ ਕੀ ਕਰਦੀਆਂ ਕਿ ਜਿਹੜੇ ਜੀਵਾਣੂਆਂ ਦੇ ਕਰਕੇ, ਜਿਹੜੇ ਸੂਖਮ ਜੀਵਾਂ ਦੇ ਕਰਕੇ ਸਾਨੂੰ ਬਿਮਾਰੀ ਲੱਗਦੀ ਹੈ, ਉਹਨਾਂ ਜੀਵਾਣੂਆਂ ਨੂੰ ਜਾਂ ਉਹਨਾਂ ਸੂਖਮ ਜੀਵਾਂ ਨੂੰ ਕੀ ਕਰ ਦਿੰਦੀਆਂ? ਇਹ ਮਾਰ ਦਿੰਦੀਆਂ ਜਾਂ ਫਿਰ ਉਹਨਾਂ ਦੀ ਵਾਧੇ ਨੂੰ ਕੀ ਕਰ ਦਿੰਦੀਆਂ? ਇਹ ਰੋਕ ਦਿੰਦੀਆਂ। ਔਰ ਇਸ ਤਰ੍ਹਾਂ ਇਹ ਸਾਡੀ ਜੋ ਬਿਮਾਰੀ ਹੁੰਦੀ ਹੈ ਉਸ ਦਾ ਇਲਾਜ ਕਰਦੀਆਂ। ਇਹਦੇ ਵਿੱਚ ਸਾਡੇ ਕੋਲ ਮੇਨ ਜੋ ਦਵਾਈਆਂ ਜੋ ਜੀਵਾਣੂਆਂ ਜਾਂ ਉੱਲੀਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਉਹ ਆ ਜਾਂਦੀਆਂ ਸਟ੍ਰੈਪਟੋਮਾਈਸਿਨ ਹੋ ਗਈ, ਟੈਟਰਾਸਾਈਕਲਿਨ ਹੋ ਗਈ, ਅਰੀਥਰੋਮਾਈਸਿਨ ਹੋ ਗਈ। ਇਹ ਕੁਝ ਆਮ ਜੀ ਜੋ ਵਰਤੀਆਂ ਜਾਣ ਵਾਲੀਆਂ ਦਵਾਈਆਂ ਉਹਨਾਂ ਦੇ ਨਾਮ ਹੈ। ਇਹ ਵੀ ਤੁਹਾਨੂੰ 1 ਜਾਂ 2 ਨੰਬਰ ਦਾ ਕੁਐਸਚਨ ਆ ਸਕਦਾ ਹੈ ਕਿ ਪ੍ਰਤੀ ਜੈਵਿਕ ਦਵਾਈਆਂ ਕਿਹੜੀਆਂ ਹੁੰਦੀਆਂ, ਉਹਨਾਂ ਦੇ ਨਾਮ ਲਿਖੋ। ਤਾਂ ਉਹ ਆਪਾਂ ਲਿਖ ਕੇ ਉੱਥੇ ਦੱਸ ਦਿੰਦੇ ਆ। ਇਹ ਇਹਨਾਂ ਦੇ ਨਾਮ ਜੋ ਹੈ ਯਾਦ ਰੱਖਣੇ ਆ। ਨੈਕਸਟ ਆਪਣੇ ਕੋਲ ਹੈ ਅਲੈਗਜ਼ੈਂਡਰ ਫਲੇਮਿੰਗ ਜੀ ਦੇ ਬਾਰੇ ਦੱਸਿਆ ਗਿਆ।
ਕਿ 1929 ਦੇ ਵਿੱਚ ਉਹ ਕੀ ਕਰ ਰਹੇ ਸੀ, ਇੱਕ ਜੀਵਾਣੂਆਂ ਦਾ ਕਲਚਰ ਤਿਆਰ ਕਰ ਰਹੇ ਸੀ, ਬਿਮਾਰੀਆਂ ਫੈਲਾਉਣ ਵਾਲਿਆਂ ਦਾ ਕਲਚਰ ਤਿਆਰ ਕਰ ਰਹੇ ਸੀ ਉਹ। ਪਰ ਅਚਾਨਕ ਉਹ ਕੀ ਦੇਖਦੇ ਆ ਕਿ ਉੱਥੇ ਇੱਕ ਛੋਟੀ ਹਰੇ ਰੰਗ ਦੀ ਉੱਲੀ ਸੀ ਜਿਹੜੀ ਕੀ ਕਰ ਰਹੀ ਸੀ, ਜੀਵਾਣੂਆਂ ਦੇ ਵਾਧੇ ਨੂੰ ਰੋਕ ਰਹੀ ਸੀ ਕਿ ਉਹਨਾਂ ਦਾ ਵਾਧਾ ਜਿਹੜਾ ਸੀ ਉਹ ਅੱਗੇ ਨਹੀਂ ਹੋ ਰਿਹਾ ਸੀ। ਉਹ ਜਿਹੜੀ ਉੱਲੀ ਸੀ ਜਿਹੜੀ ਉਹਨਾਂ ਦੇ ਵਾਧੇ ਨੂੰ ਰੋਕ ਰਹੀ ਸੀ ਉਹ ਕੀ ਸੀ, ਪੈਨਸਿਲਿਨ। ਠੀਕ ਹੈ, ਤਾਂ ਪੈਨਸਿਲਿਨ ਜੋ ਹੈ ਉਹ ਇੱਕ ਬੜੀ ਮਹੱਤਵਪੂਰਨ ਦਵਾਈ ਸੀ ਜਿਹਦੀ ਖੋਜ ਇਸ ਤਰ੍ਹਾਂ ਹੋਈ ਅਲੈਗਜ਼ੈਂਡਰ ਫਲੈਮਿੰਗ ਜੀ ਦੇ ਦੁਆਰਾ, ਜਦੋਂ ਕਿ ਉਹ ਇੱਕ ਜੀਵਾਣੂਆਂ ਦਾ ਕਲਚਰ ਤਿਆਰ ਕਰ ਰਹੇ ਸੀ। ਇਸ ਤਰ੍ਹਾਂ ਦਾ ਉਹ ਕਲਚਰ ਤਿਆਰ ਕਰ ਰਹੇ ਸੀ ਜੀਵਾਣੂਆਂ ਦਾ। ਤੇ ਜਿਹੜੀ ਇਹ ਹਰੇ ਰੰਗ ਦੀ ਤੁਹਾਨੂੰ ਉੱਲੀ ਦਿਖਾਈ ਦੇ ਰਹੀ ਹੈ, ਇਸੇ ਨੂੰ ਅਸੀਂ ਨਾਮ ਦਿੰਦੇ ਹਾਂ ਪੈਨਸਿਲਿਨ ਦਾ। ਇਸ ਪੈਨਸਿਲਿਨ ਦੀ ਖੋਜ ਇਹਨਾਂ ਦੇ ਦੁਆਰਾ ਕੀਤੀ ਗਈ ਸੀ ਅਲੈਗਜ਼ੈਂਡਰ ਫਲੈਮਿੰਗ ਜੀ ਦੇ ਦੁਆਰਾ 1929 ਦੇ ਵਿੱਚ। ਨੈਕਸਟ ਹੈ ਕਿ ਪਸ਼ੂ ਆਹਾਰ, ਮੁਰਗਾ ਆਹਾਰ, ਇਹਦੇ ਵਿੱਚ ਵੀ ਜੋ ਪ੍ਰਤੀਜੈਵਿਕ ਹੁੰਦੇ ਆ ਉਹਨਾਂ ਨੂੰ ਮਿਲਾਇਆ ਜਾਂਦਾ ਹੈ। ਕਿਉਂ ਮਿਲਾਇਆ ਜਾਂਦਾ ਹੈ ਕਿ ਜੋ ਪਸ਼ੂ ਹੈ ਉਹਨਾਂ ਦੇ ਵਿੱਚ ਜਾਂ ਫਿਰ ਜੋ ਪੋਲਟਰੀ ਫਾਰਮ ਦਾ ਕੰਮ ਕਰਦੇ ਆ, ਮੁਰਗੀਆਂ ਵਗੈਰਾ ਰੱਖਦੇ ਆ, ਉਹਨਾਂ ਦੇ ਵਿੱਚ, ਉਹਨਾਂ ਦੀ ਪੋਲਟਰੀ ਦੇ ਵਿੱਚ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਸੇ ਤਰ੍ਹਾਂ ਪੌਦਿਆਂ ਨੂੰ ਵੀ ਬਿਮਾਰੀਆਂ ਤੋਂ ਬਚਾਉਣ ਦੇ ਲਈ ਜੋ ਪ੍ਰਤੀਜੈਵਿਕ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਆਪਾਂ ਨੂੰ ਇਹ ਗੱਲ ਜੋ ਹੈ ਇਹ ਜ਼ਰੂਰ ਯਾਦ ਰੱਖਣੀ ਹੈ ਕਿ ਜੋ ਵੀ ਪ੍ਰਤੀਜੈਵਿਕ ਦਵਾਈਆਂ ਹੁੰਦੀਆਂ ਉਹ ਹਮੇਸ਼ਾ ਕਿਸੇ ਮਾਹਰ ਡਾਕਟਰ ਦੀ ਸਲਾਹ ਨਾਲ ਹੀ ਸਾਨੂੰ ਲੈਣੀਆਂ ਚਾਹੀਦੀਆਂ, ਤੇ ਉਹਨਾਂ ਦਾ ਜਿਹੜਾ ਕੋਰਸ ਹੈ ਉਹ ਸਾਨੂੰ ਡਾਕਟਰ ਦੀ ਸਲਾਹ ਨਾਲ ਪੂਰਾ ਵੀ ਕਰਨਾ ਜ਼ਰੂਰੀ ਹੁੰਦਾ ਹੈ। ਬਿਨਾਂ ਲੋੜ ਤੋਂ ਜੋ ਹੈ ਕੋਈ ਵੀ ਐਂਟੀਬਾਇਓਟਿਕ ਦਵਾਈ ਹੈ ਉਹ ਸਾਨੂੰ ਨਹੀਂ ਲੈਣੀ ਚਾਹੀਦੀ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਡੇ ਸਰੀਰ ਦੇ ਉੱਪਰ ਇਸ ਦੇ ਕੀ ਹੈ, ਬੜੇ ਬੁਰੇ ਪ੍ਰਭਾਵ ਵੀ ਸਾਨੂੰ ਦੇਖਣ ਨੂੰ ਮਿਲ ਸਕਦੇ ਆ। ਜਾਂ ਫਿਰ ਅਸੀਂ ਕਿਸੇ ਦਵਾਈ ਦਾ ਕੋਰਸ ਪੂਰਾ ਨਹੀਂ ਕਰਦੇ ਤਾਂ ਉਹ ਜਿਹੜੀ ਆ AMR ਵਿੱਚ ਬਦਲ ਜਾਂਦੀ ਹੈ, ਮਤਲਬ ਉਹ ਦਵਾਈ ਫਿਰ ਅੱਗੇ ਤੋਂ ਸਾਡੇ ਸਰੀਰ ਦੇ ਉੱਪਰ ਜੋ ਹੈ ਕੰਮ ਕਰਨਾ ਬੰਦ ਕਰ ਦਿੰਦੀ ਹੈ। ਔਰ ਇਹਨਾਂ ਦੀ ਬਹੁਤ ਜਿਹੜੀ ਜ਼ਿਆਦਾ ਵਰਤੋਂ ਹੈ, ਲੋੜ ਤੋਂ ਵੱਧ ਵਰਤੋਂ ਵੀ ਇਹਨਾਂ ਦੀ ਨਹੀਂ ਕਰਨੀ ਚਾਹੀਦੀ, ਕਿਉਂਕਿ ਫਿਰ ਜੋ ਬਿਮਾਰੀਆਂ ਫੈਲਾਉਣ ਵਾਲੇ ਜੀਵਾਣੂ ਉਹਨਾਂ ਦੇ ਨਾਲ ਜੋ ਲਾਭਦਾਇਕ ਜੀਵਾਣੂ ਹੁੰਦੇ ਆ ਉਹਨਾਂ ਨੂੰ ਵੀ ਮਾਰ ਸਕਦੀਆਂ। ਤਾਂ ਇਹਨਾਂ ਦੀ ਜੋ ਵਰਤੋਂ ਆ ਉਹ ਲੋੜ ਮੁਤਾਬਕ ਹੀ ਕਰਨੀ ਚਾਹੀਦੀ ਹੈ। ਉਹ ਡਾਕਟਰ ਦੀ ਸਲਾਹ ਨਾਲ ਸਾਨੂੰ ਜੋ ਹੈ ਪ੍ਰਤੀਜੈਵਿਕ ਦਵਾਈਆਂ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਥੇ ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਜੋ ਐਂਟੀਬਾਇਓਟਿਕ ਦਵਾਈਆਂ ਹੁੰਦੀਆਂ ਇਹ ਜ਼ੁਕਾਮ ਜਾਂ ਫਲੂ ਜੋ ਹੁੰਦਾ ਹੈ ਉਹਦੇ ਵਾਸਤੇ ਪ੍ਰਭਾਵਸ਼ਾਲੀ ਨਹੀਂ ਹੁੰਦੀਆਂ, ਕਿਉਂਕਿ ਜੋ ਜ਼ੁਕਾਮ ਜਾਂ ਫਲੂ ਹੈ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿਹਦੇ ਕਰਕੇ ਫੈਲਦੇ ਹੈਗੇ, ਵਾਇਰਸ ਦੇ ਕਾਰਨ। ਔਰ ਜੋ ਐਂਟੀਬਾਇਓਟਿਕ ਦਵਾਈਆਂ ਉਹ ਕਿੰਨਾਂ ਲਈ ਕਾਰਗਰ ਹੁੰਦੀਆਂ, ਜੇਕਰ ਸਾਨੂੰ ਜੋ ਬਿਮਾਰੀ ਹੈ ਉਹ ਕਿਹਦੇ ਕਾਰਨ ਹੋਈ ਹੈ, ਜੀਵਾਣੂਆਂ ਕਾਰਨ ਜਾਂ ਉੱਲੀਆਂ ਦੇ ਕਾਰਨ ਹੋਈ ਹੈ, ਉਹਨਾਂ ਦੇ ਉੱਪਰ ਹੀ ਜੋ ਐਂਟੀਬਾਇਓਟਿਕ ਦਵਾਈਆਂ ਉਹ ਕੰਮ ਕਰਦੀਆਂ, ਨਾ ਕਿ ਜੋ ਵਾਇਰਲ ਡਿਸੀਜ਼ ਹੁੰਦੀਆਂ ਉਹਨਾਂ ਦੇ ਲਈ ਕੰਮ ਕਰਦੀਆਂ। ਠੀਕ ਹੈ, ਵਾਇਰਲ ਡਿਸੀਜ਼ ਦੇ ਲਈ ਐਂਟੀਬਾਇਓਟਿਕ ਦਵਾਈਆਂ ਕੰਮ ਨਹੀਂ ਕਰਦੀਆਂ, ਇਹ ਅਸੀਂ ਯਾਦ ਰੱਖਣਾ ਹੈ। ਨੈਕਸਟ ਆਪਣੇ ਕੋਲ ਹੈ ਵੈਕਸੀਨੇਸ਼ਨ, ਟੀਕਾਕਰਨ। ਇਹ ਟੀਕਾਕਰਨ ਬਾਰੇ ਹੁਣ ਵੀ ਦੇਖੋ, ਜਿਵੇਂ ਟੀਕਾਕਰਨ ਚੱਲ ਰਿਹਾ ਹੈਗਾ, ਹੁਣ ਕਿਹਦਾ ਟੀਕਾਕਰਨ ਚੱਲ ਰਿਹਾ, ਕਰੋਨਾ ਦਾ। ਕਿ ਕਰੋਨਾ ਤੋਂ ਅਸੀਂ ਬਚ ਸਕੀਏ ਉਸ ਦੇ ਲਈ ਸਾਡੇ ਜੋ ਸਰੀਰ ਹੈ ਉਹਦੇ ਵਿੱਚ ਕਰੋਨਾ ਨਾਲ ਲੜਨ ਵਾਲੀਆਂ ਐਂਟੀਬਾਡੀਜ਼ ਬਣ ਜਾਣ, ਉਸੇ ਲਈ ਜੋ ਟੀਕਾਕਰਨ ਚੱਲਦਾ ਹੈ। ਤੁਸੀਂ ਇਹ ਵੀ ਆਮ ਹੀ ਦੇਖਿਆ ਹੋਣਾ ਹੈ ਕਿ ਜੋ ਨਵਜੰਮੇ ਬੱਚੇ ਹੁੰਦੇ ਆ ਉਹਨਾਂ ਨੂੰ ਕਈ ਪ੍ਰਕਾਰ ਦੇ ਜੋ ਟੀਕੇ ਆ ਉਹ ਬਚਪਨ ਦੇ ਵਿੱਚ ਹੀ ਲਗਾਏ ਜਾਂਦੇ ਆ। ਠੀਕ ਹੈ, ਤਾਂ ਉਸੇ ਬਾਰੇ ਅਸੀਂ ਜਾਣਦੇ ਹਾਂ। ਜੋ ਟੀਕਾ ਹੈ ਜਾਂ ਵੈਕਸੀਨ ਹੈ ਉਹ ਕਿਵੇਂ ਕੰਮ ਕਰਦੀ ਹੈ, ਜਿਵੇਂ ਸਾਡੇ ਸਰੀਰ ਵਿੱਚ ਐਂਟੀਬਾਡੀਜ਼ ਬਣਦੀਆਂ ਉਸੇ ਤਰ੍ਹਾਂ ਹੀ ਜਿਹੜਾ ਟੀਕਾ ਹੈ ਉਹ ਵੀ ਕੰਮ ਕਰਦਾ ਹੈ। ਇੱਕ ਟੀਕੇ ਦੇ ਵਿੱਚ ਕੀ ਕੀਤਾ ਜਾਂਦਾ ਹੈਗਾ ਕਿ ਜੋ ਸੂਖਮ ਜੀਵ ਜਿਹਦੇ ਕਰਕੇ ਬਿਮਾਰੀ ਫੈਲ ਰਹੀ ਹੈ ਉਸ ਸੂਖਮ ਜੀਵ ਨੂੰ ਕੀ ਕਰ ਦਿੱਤਾ ਜਾਂਦਾ, ਜਾਂ ਤਾਂ ਮ੍ਰਿਤ ਅਵਸਥਾ ਵਿੱਚ ਜਾਂ ਫਿਰ ਉਸ ਨੂੰ ਕਮਜ਼ੋਰ ਕਰਕੇ ਇੱਕ ਟੀਕੇ ਵਿੱਚ ਪਰਿਵਰਤਿਤ ਕਰ ਦਿੱਤਾ ਜਾਂਦਾ, ਇੱਕ ਟੀਕੇ ਵਿੱਚ ਪਾ ਦਿੱਤਾ ਜਾਂਦਾ ਹੈ, ਤੇ ਫਿਰ ਉਸ ਟੀਕੇ ਰਾਹੀਂ ਉਸ ਮ੍ਰਿਤ ਜਾਂ ਕਮਜ਼ੋਰ ਜੋ ਜੀਵਾਣੂ ਵਿਸ਼ਾਣੂ ਹੈ ਉਸ ਨੂੰ ਸਾਡੇ ਸਰੀਰ ਦੇ ਅੰਦਰ ਦਾਖਲ ਕੀਤਾ ਜਾਂਦਾ ਹੈ। ਜਦੋਂ ਇਹ ਜੀਵਾਣੂ ਜਾਂ ਵਿਸ਼ਾਣੂ ਸਾਡੇ ਸਰੀਰ ਵਿੱਚ ਦਾਖਲ ਹੋਊਗਾ ਤਾਂ ਉਹ ਕੀ ਹੈ, ਜਦ ਮ੍ਰਿਤ ਅਵਸਥਾ ਵਿੱਚ ਹੈ ਜਾਂ ਫਿਰ ਬਹੁਤ ਕਮਜ਼ੋਰ ਅਵਸਥਾ ਵਿੱਚ ਹੈ, ਤਾਂ ਸਾਡਾ ਸਰੀਰ ਇਸ ਨੂੰ ਰਿਸਪੌਂਡ ਕਰਨ ਦੇ ਲਈ ਕੀ ਪੈਦਾ ਕਰੇਗਾ, ਐਂਟੀਬਾਡੀਜ਼। ਔਰ ਐਂਟੀਬਾਡੀਜ਼ ਕੀ ਕਰਨਗੀਆਂ, ਇਸ ਮ੍ਰਿਤ ਜਾਂ ਕਮਜ਼ੋਰ ਵਿਸ਼ਾਣੂ ਜਾਂ ਜੀਵਾਣੂ ਦੇ ਪ੍ਰਤੀ ਕੀ ਕਰਨਗੀਆਂ, ਸਾਡੇ ਸਰੀਰ ਦੀ ਰੱਖਿਆ ਕਰਨਗੀਆਂ। ਠੀਕ ਹੈ, ਇਹਨਾਂ ਦੇ ਉੱਪਰ ਅਟੈਕ ਕਰਨ ਦੇ ਲਈ ਬਹੁਤ ਗਿਣਤੀ ਦੇ ਵਿੱਚ ਐਂਟੀਬਾਡੀਜ਼ ਪੈਦਾ ਹੋਣਗੀਆਂ। ਹੁਣ ਇਹ ਤਾਂ ਅਸੀਂ ਮ੍ਰਿਤ ਜਾਂ ਕਮਜ਼ੋਰ, ਇਹ ਤਾਂ ਸਾਡੇ ਸਰੀਰ ਨੂੰ ਇੰਨਾ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਵੇਗਾ। ਹੁਣ ਨੈਕਸਟ ਵਾਰ ਤੋਂ ਜਦੋਂ ਕੋਈ ਲਾਈਵ ਜਿਹੜਾ ਵਾਇਰਸ ਹੈ ਉਹ ਸਾਡੇ ਸਰੀਰ ਉੱਪਰ ਜਦੋਂ ਹਮਲਾ ਕਰਦਾ ਹੈ ਤਾਂ ਕਿਉਂਕਿ ਸਾਡੇ ਸਰੀਰ ਦੇ ਵਿੱਚ ਟੀਕਾ ਪਹਿਲਾਂ ਹੀ ਲੱਗ ਚੁੱਕਿਆ, ਅਸੀਂ ਵੈਕਸੀਨੇਸ਼ਨ ਪਹਿਲਾਂ ਹੀ ਕਰਵਾਈ ਹੋਈ ਹੈ ਔਰ ਸਾਡੇ ਸਰੀਰ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਵਾਇਰਸ ਹੈ ਜਾਂ ਕਿਸ ਤਰ੍ਹਾਂ ਦਾ ਜੀਵਾਣੂ ਹੈ ਤੇ ਇਹਦਾ ਮੁਕਾਬਲਾ ਕਰਨ ਲਈ ਕਿਸ ਤਰ੍ਹਾਂ ਦੀ ਜੋ ਐਂਟੀਬਾਡੀ ਹੈ ਉਹ ਪੈਦਾ ਕਰਨੀ ਹੈ। ਤਾਂ ਜਦੋਂ ਵੀ ਜਿੰਦਾ ਵਾਇਰਸ ਜਾਂ ਜਿੰਦਾ ਵਿਸ਼ਾਣੂ ਸਾਡੇ ਸਰੀਰ ਦੇ ਉੱਪਰ ਹਮਲਾ ਕਰਦਾ ਹੈ ਤਾਂ ਸਾਡਾ ਸਰੀਰ ਪਹਿਲਾਂ ਤੋਂ ਹੀ ਉਸ ਦੇ ਲਈ ਤਿਆਰ ਬੈਠਾ ਹੁੰਦਾ ਹੈ ਉਸ ਵਾਇਰਸ ਦੇ ਉੱਪਰ ਹਮਲਾ ਕਰਨ ਦੇ ਲਈ। ਤਾਂ ਇਸ ਤਰ੍ਹਾਂ ਕਰਕੇ ਜੋ ਟੀਕਾਕਰਨ ਹੈ ਉਹ ਸਾਡੇ ਸਰੀਰ ਦੀ ਬਿਮਾਰੀਆਂ ਤੋਂ ਬਚਾਅ ਕਰਦਾ ਹੈ। ਤਾਂ ਆਪਣੇ ਕੋਲ ਅਨੇਕਾਂ ਹੀ ਪ੍ਰਕਾਰ ਦੇ ਜੋ ਵੈਕਸੀਨੇਸ਼ਨ ਹੈ ਉਹ ਪਹਿਲਾਂ ਵੀ ਆਪਾਂ ਲਗਵਾਏ ਆ, ਜਿਵੇਂ ਕਿ ਇਸ ਦੇ ਵਿੱਚ ਸਭ ਤੋਂ ਮਹੱਤਵਪੂਰਨ ਹੈ ਪਲਸ ਪੋਲੀਓ ਦਾ ਪ੍ਰੋਗਰਾਮ। ਪਲਸ ਪੋਲੀਓ ਦੀਆਂ ਬੂੰਦਾਂ ਬਚਪਨ ਦੇ ਵਿੱਚ ਬੱਚਿਆਂ ਨੂੰ ਪਿਲਾਈਆਂ ਜਾਂਦੀਆਂ। ਉਹ ਕਾਹਦੇ ਲਈ ਹੁੰਦੀਆਂ ਕਿ ਜੋ ਬੱਚੇ ਆ ਉਹਨਾਂ ਦਾ ਪੋਲੀਓ ਰੋਗ ਤੋਂ
ਬਚਾਅ ਕੀਤਾ ਜਾ ਸਕੇ, ਇਸੇ ਕਰਕੇ ਉਹਨਾਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ। ਉਹ ਪੋਲੀਓ ਦੀਆਂ ਜਿਹੜਾ ਡ੍ਰੌਪਸ ਹੁੰਦੀਆਂ ਉਹਦੇ ਵਿੱਚ ਵੀ ਜੋ ਪੋਲੀਓ ਦਾ ਵਾਇਰਸ ਹੁੰਦਾ ਹੈ ਉਹਨੂੰ ਕੀ ਕੀਤਾ ਜਾਂਦਾ ਹੈ, ਮ੍ਰਿਤ ਅਵਸਥਾ ਵਿੱਚ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਚੇਚਕ ਦਾ ਹੋ ਗਿਆ, ਔਰ ਇਸੇ ਤਰ੍ਹਾਂ ਹੀ ਹੁਣ ਜੋ ਹੈ ਕਰੋਨਾ ਦੀ ਵੈਕਸੀਨੇਸ਼ਨ ਹੈ ਉਹ ਵੀ ਇਸੇ ਤਰ੍ਹਾਂ ਹੀ ਚੱਲ ਰਹੀ ਹੈ। ਇਹ ਆਪਣੇ ਕੋਲ ਦਿਖਾਇਆ ਗਿਆ ਕਿ ਜਦੋਂ ਕੋਈ ਵਾਇਰਸ ਸਾਡੇ ਸਰੀਰ ਦੇ ਅੰਦਰ ਐਂਟਰ ਕਰਦਾ ਹੈ ਤਾਂ ਜੋ ਸਾਡੇ ਸਰੀਰ ਨੇ ਐਂਟੀਬਾਡੀਜ਼ ਪੈਦਾ ਕੀਤੀਆਂ ਹੁੰਦੀਆਂ ਉਹ ਕੀ ਇਸ ਤਰ੍ਹਾਂ ਕਰਕੇ ਉਹਦੇ ਉੱਪਰ ਅਟੈਕ ਕਰਦੀਆਂ ਔਰ ਉਸਨੂੰ ਕੀ ਆ ਮਾਰ ਗਿਰਾਉਂਦੀਆਂ ਔਰ ਸਾਡੇ ਸਰੀਰ ਦੀ ਸੁਰੱਖਿਆ ਕਰਦੀਆਂ ਬਿਮਾਰੀਆਂ ਤੋਂ। ਨੈਕਸਟ ਆਪਣੇ ਕੋਲ ਹੈ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਵੀ ਅਸੀਂ ਜੋ ਜੀਵਾਣੂ ਆ ਉਹਨਾਂ ਦਾ ਉਪਯੋਗ ਕਰਦੇ ਹਾਂ। ਇਹਦੇ ਵਿੱਚ ਆਪਣੇ ਕੋਲ ਆ ਜਾਂਦਾ ਹੈ ਨੀਲੀ ਹਰੀ ਇਕਾਈ। ਨੀਲੀ ਹਰੀ ਇਕਾਈ ਕੀ ਕਰਦੀ ਹੈ, ਵਾਯੂਮੰਡਲ ਵਿੱਚ ਜਿਹੜੀ ਨਾਈਟ੍ਰੋਜਨ ਹੈ, ਹੁਣ ਵਾਯੂਮੰਡਲ ਦੇ ਵਿੱਚ ਨਾਈਟ੍ਰੋਜਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੈ, ਉਹ ਸਿੱਧੇ ਤਾਂ ਪੌਦੇ ਲੈ ਨਹੀਂ ਸਕਦੇ, ਤਾਂ ਜੋ ਨੀਲੀ ਹਰੀ ਇਕਾਈ ਹੈ ਉਹ ਕੀ ਕਰਦੀ ਹੈ, ਉਸ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਉਹਨੂੰ ਭੂਮੀ ਵਿੱਚ ਪਹੁੰਚਾ ਦਿੰਦੀ ਹੈ ਔਰ ਇਸ ਨਾਲ ਭੂਮੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੱਧ ਜਾਂਦੀ ਹੈ। ਇਸ ਲਈ ਜਿਹੜੇ ਜੀਵਾਣੂ ਹੁੰਦੇ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਜੈਵਿਕ ਨਾਈਟ੍ਰੋਜਨ ਸਥਿਰੀਕਾਰਕ। ਨੈਕਸਟ ਆਪਣੇ ਕੋਲ ਹੈ ਜੋ ਜੀਵਾਣੂ ਹੈ ਉਹ ਵਾਤਾਵਰਣ ਦੀ ਸਫਾਈ ਦੇ ਲਈ ਵੀ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ। ਜਿਵੇਂ ਇਹ ਤਾਂ ਪਹਿਲਾਂ ਹੀ ਆਪਾਂ ਡਿਸਕਸ ਕੀਤਾ ਸੀ ਕਿ ਜੋ ਪੌਦੇ ਫਲ ਸਬਜ਼ੀਆਂ ਇਹਨਾਂ ਦੇ ਬੇਲੋੜੇ ਪਦਾਰਥ ਹੁੰਦੇ ਆ, ਜੋ ਕੂੜਾ ਕਰਕਟ ਹੁੰਦਾ ਹੈ ਜਾਂ ਗੋਬਰ ਹੁੰਦਾ ਹੈ, ਉਸ ਨੂੰ ਜੋ ਜੀਵਾਣੂ ਆ ਉਹ ਕਾਹਦੇ ਵਿੱਚ ਬਦਲ ਦਿੰਦੇ ਆ, ਖਾਦ ਵਿੱਚ ਬਦਲ ਦਿੰਦੇ ਆ ਔਰ ਵਾਤਾਵਰਣ ਦੀ ਸਫਾਈ ਕਰਦੇ ਆ। ਇਹ ਤਾਂ ਬਦਬੂ ਜੋ ਹੈ ਉਹ ਉਹਨੂੰ ਹਟਾ ਦਿੰਦੇ ਆ, ਠੀਕ ਹੈ, ਔਰ ਗੰਦਗੀ ਵੀ ਦੂਰ ਹੁੰਦੀ ਹੈਗੀ। ਤਾਂ ਇਸ ਤਰ੍ਹਾਂ ਜੋ ਵਾਤਾਵਰਨ ਦੀ ਹੈ ਸਫਾਈ ਹੋ ਜਾਂਦੀ ਹੈ। ਨੈਕਸਟ ਆਪਣੇ ਕੋਲ ਇਹ ਐਕਟੀਵਿਟੀ ਆਪਾਂ ਕਰਨੀ ਹੈ ਇੱਕ। ਇਸ ਦੇ ਵਿੱਚ ਕੀ ਹੈਗਾ ਕਿ ਅਸੀਂ ਦੋ ਗਮਲੇ ਲੈਣੇ ਆ, ਇੱਕ ਦੇ ਉੱਪਰ ਊੜਾ ਲਿਖ ਲੈਣਾ, ਦੂਸਰੇ ਉੱਪਰ ਆੜਾ ਅੰਕਿਤ ਕਰ ਦੇਣਾ। ਜਿਹੜਾ ਊੜੇ ਵਾਲਾ ਗਮਲਾ ਹੋਏਗਾ ਉਹਦੇ ਵਿੱਚ ਪੌਦਿਆਂ ਦੀ ਰਹਿੰਦ ਖੂੰਹਦ ਪਾਉਣੀ ਹੈ ਔਰ ਦੂਸਰੇ ਗਮਲੇ ਦੇ ਵਿੱਚ ਕੀ ਕਰਨਾ ਹੈ, ਅਸੀਂ ਪੋਲੀਥੀਨ, ਕੱਚ ਦੀਆਂ ਖਾਲੀ ਬੋਤਲਾਂ, ਪਲਾਸਟਿਕ ਦੇ ਟੁੱਟੇ ਹੋਏ ਖਿਡੌਣੇ ਇਹ ਪਾ ਕੇ ਰੱਖ ਦੇਣੇ ਆ ਔਰ 3-4 ਦਿਨਾਂ ਤੱਕ ਇਹਨਾਂ ਦਾ ਕੀ ਕਰਨਾ, ਅਸੀਂ ਨਿਰੀਖਣ ਕਰਨਾ ਹੈ। ਹੁਣ ਹੋਊਗਾ ਕਿ ਜਦੋਂ ਅਸੀਂ 3-4 ਦਿਨਾਂ ਦੇ ਬਾਅਦ ਦੇਖਾਂਗੇ ਜੋ ਗਮਲਾ ਊੜੇ ਵਾਲਾ ਸੀ ਜਿਹਦੇ ਵਿੱਚ ਅਸੀਂ ਪੌਦਿਆਂ ਦੀ ਰਹਿੰਦ ਖੂੰਹਦ ਪਾਈ ਸੀ ਉਸ ਦੇ ਵਿੱਚ ਕੀ ਹੋ ਜਾਣਾ ਹੈ, ਜਿਹੜੀ ਇਹ ਰਹਿੰਦ ਖੂੰਹਦ ਹੈ ਇਹਦਾ ਸੂਖਮ ਜੀਵਾਂ ਦੇ ਰਾਹੀਂ ਅਪਘਟਨ ਹੋ ਕੇ ਇਹ ਕਾਹਦੇ ਵਿੱਚ ਬਦਲ ਜੂਗੀ, ਖਾਦ ਦੇ ਵਿੱਚ। ਪਰੰਤੂ ਜੋ ਦੂਸਰਾ ਹੋਏਗਾ ਆੜੇ ਵਾਲਾ ਗਮਲਾ ਜਿਹਦੇ ਵਿੱਚ ਅਸੀਂ ਪੋਲੀਥੀਨ, ਕੱਚ ਦੀਆਂ ਬੋਤਲਾਂ ਜਾਂ ਪਲਾਸਟਿਕ ਦੇ ਟੁੱਟੇ ਹੋਏ ਖਿਡੌਣੇ ਪਾਏ ਸੀ, ਉਹ ਕਿਉਂਕਿ ਉਹਨਾਂ ਦਾ ਅਪਘਟਨ ਨਹੀਂ ਹੋ ਸਕਦਾ, ਉਹਨਾਂ ਦੇ ਵਿੱਚ ਕੋਈ ਬਦਲਾਵ ਨਹੀਂ ਆਉਣਾਗਾ, ਉਹ ਉਸੇ ਤਰ੍ਹਾਂ ਹੀ ਪਏ ਰਹਿਣਗੇ ਕਿਉਂਕਿ ਜਿਹੜੇ ਸੂਖਮ ਜੀਵ ਹੈ ਇਹਨਾਂ ਪਦਾਰਥਾਂ ਦੇ ਨਾਲ ਕਿਰਿਆ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਖਾਦ ਵਿੱਚ ਉਹ ਨਹੀਂ ਬਦਲ ਸਕਦੇ, ਇਸ ਲਈ ਉਹ ਉਵੇਂ ਪਏ ਰਹਿਣਗੇ। ਪਰੰਤੂ ਜੋ ਪਹਿਲਾ ਗਮਲਾ ਸੀ ਜਿਹਦੇ ਵਿੱਚ ਰਹਿੰਦ ਖੂੰਹਦ ਸੀ ਪੌਦਿਆਂ ਦੀ, ਉਹ ਕਾਹਦੇ ਵਿੱਚ ਬਦਲ ਜੂਗੀ, ਖਾਦ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਹੀ ਕਿ ਜੋ ਵੀ ਮ੍ਰਿਤ ਜੀਵ ਹੁੰਦੇ ਹੈਗੇ ਉਹਨਾਂ ਨੂੰ ਵੀ ਸੂਖਮ ਜੀਵ ਕਾਹਦੇ ਵਿੱਚ ਬਦਲ ਦਿੰਦੇ ਹੈਗੇ, ਵਰਤੋਂਯੋਗ ਪਦਾਰਥਾਂ ਦੇ ਵਿੱਚ, ਕਹਿਣ ਤੋਂ ਭਾਵ ਕਿ ਉਹਨਾਂ ਨੂੰ ਕਾਹਦੇ ਵਿੱਚ ਪਰਿਵਰਤਿਤ ਕਰ ਦਿੰਦੇ ਆ, ਉਹ ਖਾਦ ਦੇ ਵਿੱਚ। ਇਹ ਤਾਂ ਸਾਰੇ ਸੀਗੇ ਮਿੱਤਰ ਸੂਖਮ ਜੀਵ। ਇਹ ਅਸੀਂ ਹੁਣ ਦੇਖਿਆ ਕਿ ਮਿੱਤਰ ਸੂਖਮ ਜੀਵ ਸਾਡੀ ਕਿਸ ਤਰ੍ਹਾਂ ਸਹਾਇਤਾ ਕਰਦੇ ਆ। ਨੈਕਸਟ ਆਪਣੇ ਕੋਲ ਹੈ ਹਾਨੀਕਾਰਕ ਸੂਖਮ ਜੀਵ। ਹਾਨੀਕਾਰਕ ਸੂਖਮ ਜੀਵ ਜੋ ਹੈ ਉਹ ਪੌਦਿਆਂ, ਜੰਤੂਆਂ, ਮਨੁੱਖਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੇ ਆ। ਇਹ ਬਹੁਤ ਸਾਰੀਆਂ ਬਿਮਾਰੀਆਂ ਫੈਲਾਉਂਦੀ ਹੈ ਸਾਡੇ ਵਿੱਚ। ਤਾਂ ਇਹਨਾਂ ਬਿਮਾਰੀਆਂ ਫੈਲਾਉਣ ਵਾਲੇ ਜੋ ਜੀਵ ਹੈ ਇਹਨਾਂ ਨੂੰ ਅਸੀਂ ਕੀ ਬੋਲਦੇ ਆ, ਰੋਗਜਨਕ ਸੂਖਮ ਜੀਵ। ਰੋਗਜਨਕ ਦਾ ਮਤਲਬ ਕਿ ਇਹ ਰੋਗ ਪੈਦਾ ਕਰਦੇ ਆ, ਰੋਗਜਨਕ। ਕਈ ਸੂਖਮ ਜੀਵ ਤਾਂ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਭੋਜਨ ਨੂੰ ਖਰਾਬ ਕਰ ਦਿੰਦੇ ਆ, ਕੱਪੜੇ, ਚਮੜੇ ਇਹਨਾਂ ਨੂੰ ਵੀ ਕੀ ਕਰ ਦਿੰਦੇ ਆ, ਉਹ ਨਸ਼ਟ ਕਰ ਦਿੰਦੇ ਆ। ਇੰਨੇ ਹਾਨੀਕਾਰਕ ਸੂਖਮ ਜੀਵ ਹੁੰਦੇ ਹੈਗੇ। ਨੈਕਸਟ ਆਪਾਂ ਦੇਖਦੇ ਹਾਂ ਮਨੁੱਖ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵ। ਜਿਹੜੇ ਰੋਗਜਨਕ ਸੂਖਮ ਜੀਵ ਜਾਂ ਕੀਟਾਣੂ ਹੁੰਦੇ ਹੈਗੇ ਉਹ ਸਾਡੇ ਸਰੀਰ ਵਿੱਚ ਕਿਵੇਂ ਦਾਖਲ ਹੁੰਦੇ ਆ, ਹਵਾ ਦੁਆਰਾ ਦਾਖਲ ਹੋ ਸਕਦੇ ਆ, ਪੀਣ ਵਾਲੇ ਪਾਣੀ ਦੁਆਰਾ ਦਾਖਲ ਹੋ ਸਕਦੇ ਆ, ਖਾਧੇ ਗਏ ਭੋਜਨ ਦੁਆਰਾ ਦਾਖਲ ਹੋ ਸਕਦੇ ਆ, ਜਾਂ ਕਿਸੇ ਰੋਗੀ ਵਿਅਕਤੀ ਦੇ ਆਪਾਂ ਸੰਪਰਕ ਵਿੱਚ ਆ ਜਾਈਏ ਉਹਦੇ ਦੁਆਰਾ ਵੀ ਇਹ ਸਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਆ। ਇਸ ਤਰ੍ਹਾਂ ਦੇ ਜਿਹੜੇ ਰੋਗ ਹੁੰਦੇ ਆ ਉਹਨਾਂ ਨੂੰ ਅਸੀਂ ਕੀ ਬੋਲਦੇ ਆ, ਲਾਗ ਦੇ ਰੋਗ। ਜਿਹੜੇ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਹਵਾ, ਪਾਣੀ ਜਾਂ ਭੋਜਨ ਦੁਆਰਾ ਜਾਂ ਸੰਪਰਕ ਦੁਆਰਾ ਫੈਲਦੇ ਆ ਉਹਨਾਂ ਨੂੰ ਅਸੀਂ ਕੀ ਬੋਲਦੇ ਆ, ਲਾਗ ਦੇ ਰੋਗ। ਇਹਦੇ ਵਿੱਚ ਕਿਹੜੇ ਰੋਗ ਆ ਜਾਂਦੇ, ਮੁੱਖ ਹੈਜਾ ਹੋ ਗਿਆ, ਜ਼ੁਕਾਮ ਹੋ ਗਿਆ, ਚਿਕਨ ਪੌਕਸ ਹੋ ਗਈ, ਟੀਬੀ ਹੋ ਗਈ, ਔਰ ਇੱਕ ਹੁਣ ਜੋ ਆਪਣੇ ਕੋਲ ਮਹਾਮਾਰੀ ਚੱਲ ਰਹੀ ਹੈ ਉਹ ਕੀ ਹੈ, ਕਰੋਨਾ ਵਾਇਰਸ। ਜਦੋਂ ਕੋਈ ਮਨੁੱਖ ਇਸ ਤਰ੍ਹਾਂ ਕਰਕੇ ਆਪਾਂ ਛਿੱਕ ਮਾਰਦੇ ਆ ਤਾਂ ਮੂੰਹ ਦੇ ਵਿੱਚੋਂ ਕੀ ਹੈ, ਕਿੰਨੀਆਂ ਹੀ ਡ੍ਰੌਪਲੇਟਸ ਨਿਕਲਦੀਆਂ। ਜੇਕਰ ਅਸੀਂ ਮੂੰਹ ਨਾਲ ਢੱਕਿਆ ਹੋਵੇ ਤਾਂ ਇਹ ਕੀ ਆ, 1 ਤੋਂ 1.5 ਮੀਟਰ ਦੂਰ ਤੱਕ ਜਾ ਸਕਦੀਆਂ। ਤੇ ਜੇਕਰ ਕੋਈ ਬੰਦਾ ਸਾਡੇ 1-1.5 ਮੀਟਰ ਦੇ ਸੰਪਰਕ ਵਿੱਚ ਖੜਾ ਹੈ ਤਾਂ ਉਸ ਦੇ ਉੱਪਰ ਜੋ ਵੀ ਬੰਦੇ ਨੂੰ ਇਸ ਨੂੰ ਬਿਮਾਰੀ ਹੋਏਗੀ, ਮੰਨ ਲਓ ਕਿ ਇਸ ਨੂੰ ਕਰੋਨਾ ਵਾਇਰਸ ਸੀ ਜਾਂ ਜ਼ੁਕਾਮ ਸੀ, ਜੇਕਰ ਇਹ ਛਿੱਕ ਮਾਰੇਗਾ, ਮੂੰਹ ਨਹੀਂ ਢੱਕਿਆ ਹੋਇਆ, ਤਾਂ ਦੂਸਰੇ ਬੰਦੇ ਤੱਕ ਉਹ ਬਿਮਾਰੀ ਪਹੁੰਚ ਜਾਏਗੀ ਨਾ। ਉਸੇ ਤਰ੍ਹਾਂ ਹੀ ਇਹ ਵੀ ਰੋਗ ਵਾਹਕ ਦਾ ਕੰਮ ਕਰਦੇ ਆ। ਮੱਛਰ ਹੋ ਗਿਆ ਜਿਵੇਂ, ਜਾਂ ਮੱਖੀ ਹੋ ਗਈ। ਔਰ ਕਰੋਨਾ ਵਾਇਰਸ ਦੇ ਵਿੱਚ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮੂੰਹ ਦੇ ਉੱਪਰ ਅਸੀਂ ਕੀ ਪਾ ਕੇ ਰੱਖਣਾ ਹੈ, ਮਾਸਕ ਪਾ ਕੇ ਰੱਖਣਾ ਹੈ ਤਾਂ ਕਿ ਜੋ ਬਿਮਾਰੀ ਆ ਉਹ ਨਾ ਫੈਲੇ। ਤਾਂ ਜੋ ਰੋਗ ਹੈ, ਲਾਗ ਦੇ ਰੋਗ ਹੈ, ਉਹਨਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ, ਵੱਧ ਤੋਂ ਵੱਧ ਸਾਵਧਾਨੀ ਕਿਵੇਂ ਵਰਤਣੀ ਹੈ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਬਿਮਾਰੀ ਹੈ ਤਾਂ ਉਸ ਤੋਂ ਕੀ ਰਹਿਣਾ, ਅਸੀਂ ਥੋੜਾ ਦੂਰੀ ਬਣਾ ਕੇ ਰੱਖਣੀ ਹੈ
ਤਾਂ ਹੀ ਅਸੀਂ ਇਸ ਬਿਮਾਰੀ ਤੋਂ ਬਚਾਅ ਕਰ ਸਕਦੇ ਹਾਂ। ਛਿੱਕ ਵਗੈਰਾ ਮਾਰਦੇ ਹਾਂ ਤਾਂ ਉਦੋਂ ਸਾਨੂੰ ਕੀ ਆਪਣਾ ਮੂੰਹ ਢੱਕ ਲੈਣਾ ਚਾਹੀਦਾ ਹੈ। ਜਿਵੇਂ ਹੁਣ ਕਰੋਨਾ ਵਾਲਾ ਹੈਗਾ ਉਸ ਦੇ ਵਿੱਚ ਜੇਕਰ ਤੁਹਾਨੂੰ ਕੋਈ ਕਹਿ ਰਿਹਾ ਕਿ ਮਾਸਕ ਪਾਓ ਤਾਂ ਸਾਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ, ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਸੇ ਤਰ੍ਹਾਂ ਕੁਝ ਕੀਟ ਜਾਂ ਜੰਤੂ ਹੁੰਦੇ ਆ ਜਿਹੜੇ ਕੀ ਕਰਦੇ, ਰੋਗ ਫੈਲਾਉਂਦੇ ਆ, ਜਿਨ੍ਹਾਂ ਦੇ ਵਿੱਚ ਕੀ ਹੋ ਗਿਆ, ਮੱਛਰ ਹੋ ਗਿਆ, ਮੱਖੀ ਹੋ ਗਈ, ਇਹ ਮੁੱਖ ਆ ਜਾਂਦੇ ਆ ਰੋਗ ਵਾਹਕ। ਇਹ ਕੀ ਕਰਦੇ ਆ, ਮੱਖੀ ਜਿਵੇਂ ਆ ਉਹ ਕੂੜੇ ਕਰਕਟ ਉੱਪਰ ਬੈਠ ਕੇ, ਮਲ ਮੂਤਰ ਉੱਪਰ ਬੈਠ ਕੇ, ਫਿਰ ਉਹੀ ਮੱਖੀਆਂ ਉੱਡ ਕੇ ਆ ਕੇ ਭੋਜਨ ਉੱਪਰ ਬੈਠ ਜਾਂਦੀਆਂ, ਅਣਢੱਕਿਆ ਜੋ ਭੋਜਨ ਹੁੰਦਾ ਜਿਹਦੇ ਕਰਕੇ ਉਹ ਬਿਮਾਰੀਆਂ ਦਾ ਕਾਰਨ ਬਣਦੀਆਂ। ਤੇ ਜਦੋਂ ਅਸੀਂ ਉਹੀ ਅਣਢੱਕਿਆ ਜਾਂ ਦੂਸ਼ਿਤ ਭੋਜਨ ਉਹਨੂੰ ਅਸੀਂ ਖਾ ਲੈਂਦੇ ਆ ਤਾਂ ਉਹਦੇ ਨਾਲ ਅਸੀਂ ਕੀ ਹੋ ਜਾਂਦੇ ਆ, ਬਿਮਾਰ ਹੋ ਜਾਂਦੇ ਆ। ਮੱਛਰ ਦੇ ਵਿੱਚ ਮਾਦਾ ਐਨਾਫਿਲੀਜ਼ ਮੱਛਰ ਦੇ ਕਾਰਨ ਕੀ ਫੈਲਦਾ ਹੈਗਾ, ਮਲੇਰੀਆ। ਇਸੇ ਤਰ੍ਹਾਂ ਹੀ ਆਪਣੇ ਕੋਲ ਇੱਕ ਹੁੰਦੀ ਹੈ ਮਾਦਾ ਏਡੀਜ਼, ਇਹ ਕਿਹਦੇ ਕਾਰਨ ਬਣਦੀ ਹੈਗੀ, ਡੇਂਗੂ ਦਾ। ਇਹ ਅਸੀਂ ਯਾਦ ਰੱਖਣਾ ਹੈ ਕਿ ਡੇਂਗੂ ਜੋ ਹੈ ਉਹ ਕਿਹਦੇ ਕਰਕੇ ਹੁੰਦਾ, ਮਾਦਾ ਏਡੀਜ਼ ਦੇ ਕਰਕੇ, ਔਰ ਮਲੇਰੀਆ ਕਿਹਦੇ ਕਰਕੇ ਹੁੰਦਾ ਹੈਗਾ, ਮਾਦਾ ਐਨਾਫਿਲੀਜ਼ ਦੇ ਕਾਰਨ। ਤਾਂ ਇਹਨਾਂ ਨੂੰ ਅਸੀਂ ਕਿਵੇਂ ਬਚ ਸਕਦੇ ਹਾਂ, ਮਲੇਰੀਆ ਜਾਂ ਡੇਂਗੂ ਤੋਂ ਕਿਵੇਂ ਬਚ ਸਕਦੇ ਹਾਂ? ਇਹ ਜੋ ਮੱਛਰ ਹੈ ਇਹ ਕਿੱਥੇ ਪਲਦੇ ਹੈਗੇ, ਪਾਣੀ ਦੇ ਵਿੱਚ। ਤੇ ਜੇਕਰ ਅਸੀਂ ਆਪਣੇ ਆਲੇ ਦੁਆਲੇ ਵਿੱਚ ਪਾਣੀ ਇਕੱਠਾ ਨਾ ਹੋਣ ਦੇਵਾਂਗੇ ਤਾਂ ਜੋ ਮੱਛਰ ਹੈ ਉਹਨਾਂ ਨੂੰ ਅਸੀਂ ਫੈਲਣ ਤੋਂ ਰੋਕ ਸਕਦੇ ਹਾਂ। ਤਾਂ ਜਦੋਂ ਮੱਛਰ ਹੀ ਨਹੀਂ ਹੋਣਗੇ ਤਾਂ ਫਿਰ ਨਾ ਤਾਂ ਮਲੇਰੀਆ ਹੋਏਗਾ ਨਾ ਹੀ ਡੇਂਗੂ ਹੋਏਗਾ। ਇਸੇ ਲਈ ਤੁਸੀਂ ਕੀ ਯਾਦ ਰੱਖਣਾ ਹੈ ਕਿ ਸਾਡੇ ਆਲੇ ਦੁਆਲੇ ਦੇ ਵਿੱਚ ਜੇਕਰ ਟਾਇਰ ਪਏ ਆ ਜਾਂ ਪਾਣੀ ਕਿਤੇ ਸਟੋਰ ਪਿਆ ਹੈਗਾ ਬਹੁਤ ਦਿਨਾਂ ਦਾ ਇਕੱਠਾ ਖੜਾ ਹੋਇਆ, ਉਸ ਨੂੰ ਕੀ ਕਰ ਦੇਣਾ, ਅਸੀਂ ਸਾਫ਼ ਕਰ ਦੇਣਾ ਹੈਗਾ। ਹਾਰਮਫੁਲ ਮਾਈਕਰੋ ਆਰਗੈਨਿਜ਼ਮ ਦੇ ਵਿੱਚ ਆਪਣੇ ਕੋਲੇ ਦੱਸਿਆ ਗਿਆ ਕਿ ਵਾਇਰਸ ਦੁਆਰਾ ਕਿਹੜੀਆਂ ਬਿਮਾਰੀਆਂ ਹੁੰਦੀਆਂ, ਜਿਵੇਂ ਮੀਜ਼ਲ ਹੋ ਗਿਆ, ਚਿਕਨ ਪੌਕਸ ਹੋ ਗਿਆ, ਜਿਹਨੂੰ ਅਸੀਂ ਛੋਟੀ ਮਾਤਾ ਕਹਿ ਦਿੰਦੇ ਹਾਂ। ਨੈਕਸਟ ਆਪਣੇ ਕੋਲ ਹੈ ਮਨੁੱਖ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਰੋਗ ਤੇ ਉਹਨਾਂ ਦੇ ਕਾਰਕ ਕੀ ਹੈ, ਉਹਨਾਂ ਦੇ ਵਾਹਕ ਕੀ ਹੈ, ਉਹ ਰੋਗ ਕਿਵੇਂ ਫੈਲਦੇ ਆ ਤੇ ਬਚਾਅ ਕਿਵੇਂ ਕਰ ਸਕਦੇ ਆ। ਸਭ ਤੋਂ ਪਹਿਲਾਂ ਆਪਣੇ ਕੋਲ ਹੈ ਟੀਬੀ, ਜਿਹਨੂੰ ਅਸੀਂ ਤਪਦਿਕ ਵੀ ਬੋਲਦੇ ਹਾਂ। ਕਿਹਦੇ ਕਾਰਨ ਫੈਲਦਾ, ਜੀਵਾਣੂ ਦੇ ਦੁਆਰਾ। ਔਰ ਟੀਬੀ ਜੋ ਹੈ ਉਹ ਹਵਾ ਰਾਹੀਂ ਫੈਲਦੀ ਆ, ਇੱਕ ਬੰਦੇ ਤੋਂ ਦੂਸਰੇ ਬੰਦੇ ਨੂੰ ਹਵਾ ਰਾਹੀਂ ਜੋ ਟੀਬੀ ਆ ਉਹ ਹੋ ਸਕਦੀ ਆ। ਇਹਦੇ ਵਿੱਚ ਕੀ ਕਰਨਾ ਹੈ ਕਿ ਜਿਹੜੇ ਪਰਸਨ ਨੂੰ ਟੀਬੀ ਆ ਉਹਨੂੰ ਕੀ ਰੱਖਣਾ ਹੈ, ਅਸੀਂ ਅਲੱਗ ਰੱਖਣਾ ਹੈ। ਉਹਦੇ ਖਾਣ ਵਾਲੇ ਬਰਤਨ ਉਹ ਅਲੱਗ ਹੋਣੇ ਚਾਹੀਦੇ ਆ, ਕੱਪੜੇ ਉਹਦੇ ਅਲੱਗ ਹੋਣੇ ਚਾਹੀਦੇ ਆ, ਤੇ ਉਹਦਾ ਜਿਹੜਾ ਸਮਾਨ ਉਹ ਅਸੀਂ ਬਾਕੀ ਮੈਂਬਰਾਂ ਤੋਂ ਅਲੱਗ ਰੱਖਣਾ ਹੈ ਤਾਂ ਕਿ ਜੋ ਦੂਸਰੇ ਤੰਦਰੁਸਤ ਮੈਂਬਰ ਹੈ ਉਹਨਾਂ ਨੂੰ ਅਸੀਂ ਟੀਬੀ ਤੋਂ ਬਚਾ ਸਕੀਏ। ਇਸੇ ਤਰ੍ਹਾਂ ਮੀਜ਼ਲਸ ਜੋ ਅਸੀਂ ਪਿੱਛੇ ਤਸਵੀਰ ਦੇਖੀ ਸੀ ਉਹ ਕਿਹਦੇ ਕਾਰਨ ਫੈਲਦਾ, ਵਿਸ਼ਾਣੂ ਦੁਆਰਾ। ਚਿਕਨ ਪੌਕਸ ਵਿਸ਼ਾਣੂ ਦੁਆਰਾ, ਪੋਲੀਓ ਵਿਸ਼ਾਣੂ ਦੁਆਰਾ। ਔਰ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਹਵਾ ਦੁਆਰਾ ਫੈਲਦੇ ਆ। ਔਰ ਇਹਨਾਂ ਵਿੱਚ ਅਸੀਂ ਇਹ ਜੋ ਗੱਲ ਹੈ ਇਹਨੂੰ ਧਿਆਨ ਵਿੱਚ ਰੱਖਣਾ ਹੈ। ਦੂਸਰਾ ਸਾਡੇ ਕੋਲ ਹੈਜਾ ਔਰ ਮਿਆਦੀ ਬੁਖਾਰ, ਇਹ ਕਿਹਦੇ ਦੁਆਰਾ ਫੈਲਦੇ ਆ, ਜੀਵਾਣੂ ਦੁਆਰਾ। ਇਹਨਾਂ ਦੇ ਜੋ ਦਾਖਲ ਹੋਣ ਦਾ ਸਾਧਨ ਹੈ ਉਹ ਕੀ ਹੈ, ਪਾਣੀ ਤੇ ਭੋਜਨ। ਇਹ ਦੋ ਮੁੱਖ ਕਾਰਨ ਹੈ ਜੀਵਾਣੂ ਦੇ ਸਾਡੇ ਸਰੀਰ ਵਿੱਚ ਦਾਖਲ ਹੋਣ ਦੇ। ਜੇਕਰ ਅਸੀਂ ਗੰਦਾ ਪਾਣੀ ਪੀਂਦੇ ਆ, ਪਾਣੀ ਸਾਫ਼ ਨਹੀਂ, ਤਾਂ ਉਹਦੇ ਕਾਰਨ ਜੋ ਹੈ ਸਾਨੂੰ ਹੈਜਾ ਜਾਂ ਮਿਆਦੀ ਬੁਖਾਰ ਦੀ ਬਿਮਾਰੀ ਆ ਉਹ ਹੋ ਸਕਦੀ ਆ। ਤੇ ਇਸ ਦੇ ਲਈ ਅਸੀਂ ਕੀ ਧਿਆਨ ਵਿੱਚ ਰੱਖਣਾ ਹੈ ਕਿ ਸਾਡੇ ਆਲੇ ਦੁਆਲੇ ਜਿਹੜੀ ਆ ਉਹ ਸਾਫ਼ ਸਫਾਈ ਹੋਣੀ ਚਾਹੀਦੀ ਆ। ਅਸੀਂ ਆਪਣਾ ਨਿੱਜੀ ਸਫਾਈ ਵੱਲ ਵੀ ਧਿਆਨ ਦੇਣਾ ਹੈਗਾ, ਠੀਕ ਹੈ। ਭੋਜਨ ਜਿਹੜਾ ਹੈਗਾ ਉਹਨੂੰ ਚੰਗੀ ਤਰ੍ਹਾਂ ਪਕਾ ਕੇ ਖਾਣਾ ਹੈ। ਪਾਣੀ ਜਿਹੜਾ ਹੈਗਾ ਉਹਨੂੰ ਅਸੀਂ ਉਬਾਲ ਕੇ ਪੀਣਾ ਹੈ, ਕਿਉਂਕਿ ਜ਼ਿਆਦਾਤਰ ਜਿਹੜੀ ਇਹ ਬਿਮਾਰੀ ਹੈ ਹੈਜਾ ਦੀ ਜਾਂ ਮਿਆਦੀ ਬੁਖਾਰ ਦੀ, ਇਹ ਕਾਹਦੇ ਕਾਰਨ ਹੁੰਦੀ ਹੈ, ਗੰਦੇ ਪਾਣੀ ਦੇ ਕਾਰਨ। ਨੈਕਸਟ ਆਪਣੇ ਕੋਲ ਹੈ ਹੈਪੇਟਾਈਟਸ, ਜਿਹਨੂੰ ਅਸੀਂ ਕਾਲਾ ਪੀਲੀਆ ਜਾਂ ਪੀਲੀਆ ਵਗੈਰਾ ਵੀ ਕਹਿ ਦਿੰਦੇ ਹੈਗੇ। ਇਹ ਕਾਹਦੇ ਕਾਰਨ ਫੈਲਦਾ ਹੈਗਾ, ਵਿਸ਼ਾਣੂ ਦੁਆਰਾ। ਔਰ ਇਹਦੇ ਫੈਲਣ ਦਾ ਵੀ ਕਾਰਨ ਕੀ ਹੈ, ਪਾਣੀ। ਤਾਂ ਇਸ ਤੋਂ ਬਚਣ ਦੇ ਲਈ ਕੀ ਕਰ ਸਕਦੇ ਹਾਂ, ਅਸੀਂ ਉਬਲਿਆ ਜਿਹੜਾ ਪਾਣੀ ਹੈ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ ਔਰ ਸਮੇਂ ਸਿਰ ਜੋ ਹੈ ਇਸ ਦਾ ਟੀਕਾਕਰਨ ਵੀ ਕਰਵਾ ਲੈਣਾ ਚਾਹੀਦਾ ਹੈ। ਨੈਕਸਟ ਆਪਣੇ ਕੋਲ ਹੈ ਮਲੇਰੀਆ। ਮਲੇਰੀਆ ਦਾ ਵਾਹਕ ਕੀ ਹੈ, ਪ੍ਰੋਟੋਜੋਆ। ਔਰ ਇਹਦੇ ਵਿੱਚ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ, ਮਾਦਾ ਐਨਾਫਿਲੀਜ਼ ਦੇ ਦੁਆਰਾ ਫੈਲਦਾ ਇਹ। ਇਸ ਤੋਂ ਬਚਣ ਲਈ ਕੀ ਕਰ ਸਕਦੇ ਹਾਂ ਆਪਾਂ, ਇੱਕ ਤਾਂ ਮੱਛਰ ਜੋ ਹੈ ਉਹਨਾਂ ਨੂੰ ਪਨਪਣ ਤੋਂ ਬਚਾਉਣਾ ਚਾਹੀਦਾ ਕਿ ਮੱਛਰ ਜੋ ਹੈ ਉਹ ਪੈਦਾ ਹੀ ਨਾ ਹੋਣ। ਆਪਣੇ ਆਲੇ ਦੁਆਲੇ ਜਿਹੜਾ ਹੈਗਾ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਔਰ ਦੂਸਰਾ ਜੋ ਹੈ ਪਾਣੀ ਖੜਾ ਨਾ ਹੋਣ ਦਿਓ। ਤੇ ਜੇਕਰ ਮੱਛਰ ਹੈਗੇ ਆ ਤਾਂ ਫਿਰ ਸਾਨੂੰ ਮੱਛਰਦਾਨੀ ਵਗੈਰਾ ਜਾਂ ਮੱਛਰ ਭਜਾਉਣ ਵਾਲੇ ਪਦਾਰਥ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨੈਕਸਟ ਆਪਣੇ ਕੋਲ ਜੀਵਾਂ ਵਿੱਚ ਜਾਂ ਪਸ਼ੂਆਂ ਦੇ ਵਿੱਚ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ, ਇਹਨਾਂ ਬਾਰੇ ਦੇਖਦੇ ਹਾਂ। ਤਾਂ ਇਸ ਦੇ ਵਿੱਚ ਸਭ ਤੋਂ ਜੋ ਮੇਨ ਹੈ ਉਹ ਹੈ ਐਂਥ੍ਰੈਕਸ ਰੋਗ। ਰਾਬਰਟ ਕੋਚ ਨਾਮ ਦੇ ਇੱਕ ਵਿਗਿਆਨੀ ਹੋਏ ਜਿਨ੍ਹਾਂ ਨੇ 1876 ਦੇ ਵਿੱਚ ਜੋ ਇਹ ਜੀਵਾਣੂ ਸੀ ਬੈਸੀਲਸ ਐਂਥ੍ਰਾਸਿਸ, ਇਸ ਦੀ ਖੋਜ ਕੀਤੀ ਸੀ, ਜਿਹੜਾ ਕਿ ਐਂਥ੍ਰੈਕਸ ਨਾਂ ਦਾ ਰੋਗ ਪੈਦਾ ਕਰਦਾ ਹੈਗਾ। ਔਰ ਇਹ ਜੋ ਐਂਥ੍ਰੈਕਸ ਰੋਗ ਹੈ ਇਹ ਮਨੁੱਖਾਂ ਦੇ ਵਿੱਚ ਵੀ ਫੈਲ ਸਕਦਾ ਹੈ, ਜੰਤੂਆਂ ਦੇ ਨਾਲ। ਪਸ਼ੂਆਂ ਦੇ ਵਿੱਚ ਮੁੱਖ ਜਿਹੜਾ ਵਿਸ਼ਾਣੂਆਂ ਦੇ ਕਾਰਨ ਰੋਗ ਹੁੰਦਾ ਹੈ ਉਹ ਕਿਹੜਾ ਹੁੰਦਾ ਹੈ, ਮੂੰਹ ਖੁਰ, ਜਿਹਦੇ ਵਿੱਚ ਉਹਨਾਂ ਦੇ ਮੂੰਹ ਜਿਹੜਾ ਹੈਗਾ ਉਹਦੇ ਵਿੱਚ ਛਾਲੇ ਹੋ ਜਾਂਦੇ ਆ, ਉਹਨਾਂ ਦੇ ਪੈਰ ਖਰਾਬ ਹੋ ਜਾਂਦੇ ਆ, ਉਹ ਚੱਲ ਨਹੀਂ ਸਕਦੇ, ਨਾ ਹੀ ਉਹਨਾਂ ਤੋਂ ਭੋਜਨ ਖਾਧਾ ਜਾਂਦਾ ਹੈ। ਹੋਰ ਪੌਦਿਆਂ ਵਿੱਚ ਕਿਸ ਤਰ੍ਹਾਂ ਦੇ ਰੋਗ ਹੁੰਦੇ ਆ ਉਹਨਾਂ ਬਾਰੇ ਆਪਾਂ ਦੇਖਦੇ ਹਾਂ। ਹੋਰ ਵੀ ਬਹੁਤ ਸਾਰੇ ਸੂਖਮ ਜੀਵ ਆ ਜਿਹੜੇ ਕਣਕ, ਧਾਨ, ਆਲੂ, ਗੰਨਾ, ਸੰਤਰਾ ਜਾਂ ਇਸ ਤਰ੍ਹਾਂ ਦੇ ਹੋਰ ਜੋ ਪੌਦੇ ਆ ਉਹਨਾਂ ਦੇ ਉੱਪਰ ਅਟੈਕ ਕਰਕੇ ਉਹਨਾਂ ਦੇ ਵਿੱਚ ਕੀ ਆ, ਕਈ ਤਰ੍ਹਾਂ ਦੇ ਰੋਗ ਪੈਦਾ ਕਰਦੇ ਆ। ਉਹਨਾਂ ਦਾ ਉਤਪਾਦਨ ਜੋ ਹੈ ਫਸਲ ਦਾ ਘੱਟ ਹੁੰਦਾ ਹੈ। ਜਿਹੜੇ ਅਜਿਹੇ ਰੋਗ ਹੈ ਇਹਨਾਂ ਤੋਂ ਬਚਣ ਦੇ ਲਈ ਸਾਨੂੰ ਕਿਹਦੀ ਵਰਤੋਂ ਕਰਨੀ ਚਾਹੀਦੀ ਆ, ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਆ, ਜਿਹੜੇ ਕਿ ਰੋਗ ਫੈਲਾਉਣ ਵਾਲੇ ਜਿਹੜੇ ਸੂਖਮ ਜੀਵ ਆ ਉਹਨਾਂ ਨੂੰ ਮਾਰ ਦਿੰਦੇ ਹੈਗੇ। ਨੈਕਸਟ ਆਪਣੇ ਕੋਲ ਕੁਝ ਇੱਥੇ ਦੱਸੇ ਗਏ ਆ ਕਿ ਕਿਹੜੇ ਕਿਹੜੇ ਪੌਦਾ ਰੋਗ ਹੈ
ਤੇ ਉਹਨਾਂ ਦੇ ਫੈਲਣ ਦਾ ਕੀ ਕਾਰਨ ਹੈ, ਜਿਸ ਦੇ ਵਿੱਚ ਆਪਣੇ ਕੋਲ ਫਸਟ ਕੀ ਹੈ, ਸਿਟਰਸ ਕੈਂਕਰ। ਇਹ ਕਿਹਦੇ ਦੁਆਰਾ ਫੈਲਦਾ, ਜੀਵਾਣੂ ਦੁਆਰਾ। ਔਰ ਫੈਲਣ ਦਾ ਤਰੀਕਾ ਕੀ ਹੈ ਇਹਦਾ, ਕਿ ਹਵਾ ਦੇ ਵਿੱਚ ਫੈਲਦਾ, ਜਿਵੇਂ ਇਹ ਆਪਣੇ ਕੋਲ ਦਿਖਾਇਆ ਗਿਆ ਨਿੰਬੂ ਦੇ ਉੱਪਰ, ਹੋਰ ਵੀ ਕਈ ਜੋ ਸਿਟਰਸ ਫਰੂਟ ਹੈ ਉਹਨਾਂ ਦੇ ਉੱਪਰ ਹੁੰਦਾ ਹੈ ਇਹ। ਸੈਕਿੰਡ ਆਪਣੇ ਕੋਲ ਹੈ ਕਣਕ ਦੀ ਕੁੰਗੀ, ਇਹ ਉੱਲੀ ਦੁਆਰਾ ਫੈਲਦਾ ਹੈ ਔਰ ਇਹ ਵੀ ਹਵਾ ਦੁਆਰਾ ਹੀ ਫੈਲਦਾ ਹੈ, ਵੀਟ ਰਸਟ ਬੋਲਦੇ ਆ ਇਸ ਨੂੰ। ਨੈਕਸਟ ਆਪਣੇ ਕੋਲ ਥਰਡ ਹੈ ਭਿੰਡੀ ਦਾ ਯੈਲੋ ਵੇਨ ਮੋਜ਼ੈਕ ਰੋਗ। ਯੈਲੋ ਵੇਨ ਇਹਨੂੰ ਬੋਲਦੇ ਆ, ਵਿਸ਼ਾਣੂ ਦੁਆਰਾ ਹੁੰਦਾ ਹੈ, ਜਿਹਦੇ ਵਿੱਚ ਭਿੰਡੀਆਂ ਦੇ ਜੋ ਪੱਤੇ ਆ ਉਹ ਹਰੇ ਤੋਂ ਕਿਹਦੇ ਵਿੱਚ ਬਦਲਣ ਲੱਗ ਪੈਂਦੇ ਆ, ਪੀਲੇ ਦੇ ਵਿੱਚ। ਨੈਕਸਟ ਆਪਣੇ ਕੋਲ ਹੈ ਫੂਡ ਪੋਇਜ਼ਨਿੰਗ, ਭੋਜਨ ਦਾ ਵਿਸ਼ੈਲਾਪਨ। ਭੋਜਨ ਦਾ ਵਿਸ਼ੈਲਾਪਨ ਕਿਹਦੇ ਕਾਰਨ ਹੁੰਦਾ ਹੈ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੱਖੀ ਜੋ ਹੈ ਉਹ ਇੱਕ ਰੋਗ ਦਾ ਵਾਹਕ ਹੈ। ਮੱਖੀਆਂ ਕੀ ਆ, ਮਲ ਮੂਤਰ ਉੱਪਰ ਬੈਠ ਕੇ ਅਣਢੱਕੇ ਭੋਜਨ ਉੱਪਰ ਬੈਠ ਜਾਂਦੀਆਂ ਔਰ ਭੋਜਨ ਨੂੰ ਕੀ ਕਰ ਦਿੰਦੀਆਂ, ਉਹ ਦੂਸ਼ਿਤ ਕਰ ਦਿੰਦੀਆਂ। ਉਸੇ ਤਰ੍ਹਾਂ ਹੀ ਕਈ ਸੂਖਮ ਜੀਵ ਹੁੰਦੇ ਆ ਜਿਹੜੇ ਭੋਜਨ ਨੂੰ ਕੀ ਕਰ ਦਿੰਦੇ ਆ, ਦੂਸ਼ਿਤ ਕਰ ਦਿੰਦੇ ਆ ਔਰ ਉਹ ਦੂਸ਼ਿਤ ਭੋਜਨ ਦੇ ਵਿੱਚ ਕੀ ਹੈ, ਜ਼ਹਿਰ ਬਣ ਜਾਂਦਾ ਹੈ, ਭੋਜਨ ਜ਼ਹਿਰੀਲਾ ਹੋ ਜਾਂਦਾ ਹੈ। ਉਹ ਜ਼ਹਿਰ ਕਿਹਦੇ ਕਾਰਨ ਬਣਦਾ ਹੈਗਾ, ਸੂਖਮ ਜੀਵਾਂ ਦੇ ਕਾਰਨ। ਤਾਂ ਜਦੋਂ ਇਸ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਨੂੰ ਆਪਾਂ ਖਾਵਾਂਗੇ ਤਾਂ ਸਾਨੂੰ ਜੋ ਹੈ ਗੰਭੀਰ ਬਿਮਾਰੀ ਹੋ ਸਕਦੀ ਹੈ ਜਾਂ ਫਿਰ ਉਹ ਸਾਡੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਨੈਕਸਟ ਸਾਡੇ ਕੋਲ ਹੈ ਭੋਜਨ ਦਾ ਸੁਰੱਖਿਅਨ, ਪ੍ਰੀਜ਼ਰਵੇਸ਼ਨ ਆਫ ਫੂਡ। ਜਿਵੇਂ ਅਸੀਂ ਫਸਟ ਚੈਪਟਰ ਦੇ ਵਿੱਚ ਦੇਖਿਆ ਸੀ ਕਿ ਜੇਕਰ ਅਸੀਂ ਅਨਾਜ ਦਾ ਭੰਡਾਰਨ ਕਰਨਾ ਹੈ ਤਾਂ ਉਹਨਾਂ ਦੇ ਵਿੱਚ ਕੀ ਆ, ਕੁਝ ਰਸਾਇਣਿਕ ਪਦਾਰਥ ਜਿਹੜੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਾਂ ਘਰਾਂ ਵਿੱਚ ਆਪਾਂ ਅਨਾਜ ਦਾ ਭੰਡਾਰਨ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਆ, ਨਿੰਮ ਦੇ ਪੱਤੇ ਪਾਉਣੇ ਆ ਅਸੀਂ। ਉਹ ਨਿੰਮ ਦੇ ਪੱਤੇ ਕਿਉਂ ਪਾਏ ਜਾਂਦੇ ਆ, ਕਿ ਜਿਹੜਾ ਸਾਡਾ ਭੋਜਨ ਹੈ ਉਹ ਖਰਾਬ ਨਾ ਹੋਵੇ, ਉਹ ਸੜੇ ਨਾ, ਉਸ ਤੋਂ ਬਚਾਉਣ ਲਈ ਅਸੀਂ ਉਹਦੇ ਵਿੱਚ ਨਿੰਮ ਦੇ ਪੱਤੇ ਪਾਉਣੇ ਆ। ਔਰ ਗੋਦਾਮਾਂ ਦੇ ਵਿੱਚ ਅਨਾਜ ਦਾ ਭੰਡਾਰਨ ਕਰਨ ਲਈ ਅਸੀਂ ਉਹਦੇ ਵਿੱਚ ਕੀ ਆ, ਕੁਝ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਦੇ ਹਾਂ। ਉਸੇ ਤਰ੍ਹਾਂ ਅਸੀਂ ਇਸੇ ਚੈਪਟਰ ਦੇ ਸ਼ੁਰੂ ਵਿੱਚ ਇਹ ਦੇਖਿਆ ਸੀ ਕਿ ਜੇ ਨਮੀ ਵਾਲੀ ਥਾਂ ਤੇ ਸਾਡੀ ਬ੍ਰੈਡ ਰਹਿ ਜਾਂਦੀ ਹੈ ਤਾਂ ਉਹਦੇ ਉੱਪਰ ਕੀ ਆ, ਉੱਲੀ ਉੱਗ ਆਉਂਦੀ ਹੈ। ਤਾਂ ਇਸ ਤਰ੍ਹਾਂ ਸਾਡੇ ਭੋਜਨ ਨੂੰ ਖਰਾਬ ਹੋਣ ਤੋਂ ਸਾਨੂੰ ਕੀ ਆ, ਬਚਾਉਣ ਦੀ ਲੋੜ ਹੁੰਦੀ ਹੈ। ਤਾਂ ਸੂਖਮ ਜੀਵਾਂ ਦੇ ਹਮਲੇ ਤੋਂ ਭੋਜਨ ਨੂੰ ਬਚਾਉਣ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਉਸੇ ਨੂੰ ਅਸੀਂ ਕੀ ਬੋਲਦੇ ਹਾਂ, ਭੋਜਨ ਦਾ ਸੁਰੱਖਿਅਨ ਕਰਨਾ। ਨੈਕਸਟ ਅਸੀਂ ਦੇਖਦੇ ਹਾਂ ਕਿ ਘਰਾਂ ਵਿੱਚ ਅਸੀਂ ਜਿਹੜਾ ਭੋਜਨ ਹੈ ਉਹਨੂੰ ਕਿਵੇਂ ਸੁਰੱਖਿਅਤ ਰੱਖਦੇ ਹਾਂ ਤੇ ਉਹਨਾਂ ਦੇ ਕਿਹੜੇ ਢੰਗ ਹੈ ਉਹ ਅਪਣਾਏ ਜਾਂਦੇ ਆ। ਇਸ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਹੈ ਕਿ ਨਮਕ ਅਤੇ ਖਾਣ ਵਾਲਾ ਜੋ ਤੇਲ ਹੈ ਇਹ ਆਮ ਰਸਾਇਣਿਕ ਪਦਾਰਥ ਹੈ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਜਿਹੜੇ ਸੂਖਮ ਜੀਵ ਆ ਉਹਨਾਂ ਦੇ ਵਾਧੇ ਨੂੰ ਰੋਕ ਸਕਦੇ ਹਾਂ। ਤੇ ਇਹ ਕਿਹਦਾ ਕੰਮ ਕਰਦੇ ਆ, ਇੱਕ ਪਰਿਰੱਖਿਅਕ ਦਾ। ਇੰਗਲਿਸ਼ ਵਿੱਚ ਅਸੀਂ ਇਹਨੂੰ ਬੋਲਦੇ ਹਾਂ ਪ੍ਰੀਜ਼ਰਵੇਟਿਵਸ। ਜੋ ਭੋਜਨ ਹੈ ਉਹਨਾਂ ਨੂੰ ਅਸੀਂ ਖਰਾਬ ਹੋਣ ਤੋਂ ਬਚਾਉਣ ਲਈ ਕਿਹਦੀ ਵਰਤੋਂ ਕਰ ਸਕਦੇ ਹਾਂ, ਨਮਕ ਦੀ ਜਾਂ ਫਿਰ ਖਾਣ ਵਾਲੇ ਤੇਲ ਦੀ। ਇਹ ਅਸੀਂ ਆਮ ਹੀ ਦੇਖਦੇ ਹਾਂ ਜਦੋਂ ਅਸੀਂ ਘਰਾਂ ਵਿੱਚ ਅਚਾਰ ਪਾਉਣੇ ਆ ਤਾਂ ਉਹਦੇ ਵਿੱਚ ਕੀ ਪਾਇਆ ਜਾਂਦਾ ਹੈ, ਸਰੋਂ ਦਾ ਤੇਲ ਪਾਇਆ ਜਾਂਦਾ ਹੈ। ਉਹ ਸਰੋਂ ਦਾ ਤੇਲ ਕੀ ਕਰਦਾ ਹੈ ਕਿ ਜੋ ਅਚਾਰ ਹੁੰਦਾ ਹੈ ਉਸ ਨੂੰ ਬੜੇ ਲੰਬੇ ਸਮੇਂ ਲਈ ਸੂਖਮ ਜੀਵਾਂ ਦੇ ਹਮਲੇ ਤੋਂ ਬਚਾ ਕੇ ਰੱਖਦਾ ਹੈਗਾ। ਉਸੇ ਤਰ੍ਹਾਂ ਕੁਝ ਕੈਮੀਕਲ ਸਾਡੇ ਕੋਲ ਆ ਜਾਂਦੇ ਜਿਵੇਂ ਸੋਡੀਅਮ ਬੈਂਜੋਏਟ ਹੋ ਗਿਆ, ਸੋਡੀਅਮ ਮੈਟਾਬਾਈਸਲਫੇਟ ਹੋ ਗਿਆ। ਇਹ ਵੀ ਕੀ ਆ, ਆਮ ਤੌਰ ਤੇ ਵਰਤੇ ਜਾਣ ਵਾਲੇ ਪਰਿਰੱਖਿਅਕ ਹੈ ਜਿਹੜੇ ਕੀ ਕਰਦੇ ਆ, ਜੈਮ ਜਾਂ ਸਕੁਐਸ਼ ਹੁੰਦੀ ਹੈ ਉਹਨੂੰ ਖਰਾਬ ਹੋਣ ਤੋਂ ਬਚਾਉਂਦੇ ਹੈਗੇ। ਉਸੇ ਤਰ੍ਹਾਂ ਖਾਣ ਵਾਲਾ ਜੋ ਨਮਕ ਹੁੰਦਾ ਹੈ ਉਹਦੀ ਵਰਤੋਂ ਵੀ ਭੋਜਨ ਸੁਰੱਖਿਅਨ ਵਾਸਤੇ ਕੀਤੀ ਜਾਂਦੀ ਹੈ। ਪਰ ਚੀਨੀ ਦੀ ਵਰਤੋਂ ਵੀ ਅਸੀਂ ਭੋਜਨ ਸੁਰੱਖਿਅਨ ਲਈ ਕਰਦੇ ਹਾਂ। ਤੇਲ ਤੇ ਸਿਰਕੇ ਦੀ ਵਰਤੋਂ, ਤੇਲ ਔਰ ਸਿਰਕਾ ਇਹ ਤੁਹਾਨੂੰ ਪਹਿਲਾਂ ਹੀ ਦੱਸਤਾ, ਇਹਦੀ ਵਰਤੋਂ ਅਸੀਂ ਕਾਹਦੇ ਵਿੱਚ ਕਰਦੇ ਹਾਂ, ਅਚਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਨੈਕਸਟ ਹੈ ਤਾਪ ਅਤੇ ਠੰਡਕ ਦੁਆਰਾ ਵੀ ਉਪਚਾਰ ਕੀਤਾ ਜਾਂਦਾ ਹੈ। ਤਾਪ ਤੇ ਠੰਡਕ ਦੁਆਰਾ ਕਿਸ ਤਰ੍ਹਾਂ, ਜਿਵੇਂ ਤੁਸੀਂ ਦੇਖਦੇ ਹੋ ਜੇਕਰ ਸ਼ਾਮ ਨੂੰ ਤੁਹਾਡੇ ਘਰ ਵਿੱਚ ਸਬਜ਼ੀ ਬਚ ਜਾਂਦੀ ਹੈ ਜਾਂ ਆਟਾ ਬਚ ਜਾਂਦਾ ਹੈ, ਵੱਧ ਜਾਂਦਾ ਹੈ, ਤਾਂ ਉਸ ਨੂੰ ਅਸੀਂ ਕੀ ਕਰਦੇ ਹਾਂ, ਫ੍ਰਿਜ ਵਿੱਚ ਰੱਖ ਦਿੰਦੇ ਹਾਂ। ਫ੍ਰਿਜ ਵਿੱਚ ਰੱਖਾਂਗੇ ਤਾਂ ਉੱਥੇ ਤਾਪਮਾਨ ਕੀ ਆ, ਆਮ ਦੇ ਨਾਲੋਂ ਘੱਟ ਹੁੰਦਾ। ਉਹਦੇ ਜਦੋਂ ਘੱਟ ਤਾਪਮਾਨ ਦੇ ਵਿੱਚ ਕੀ ਹੁੰਦਾ, ਜਿਹੜੇ ਸੂਖਮ ਜੀਵ ਹੈ ਉਹਨਾਂ ਦਾ ਵਾਧਾ ਰੁਕ ਜਾਂਦਾ ਹੈ। ਕਈਆਂ ਦਾ ਵਾਧਾ ਰੁਕ ਜਾਂਦਾ ਹੈ, ਕਈ ਜਿਹੜੇ ਸੂਖਮ ਜੀਵ ਆ ਉਹ ਕੀ ਹੈ, ਮਰ ਜਾਂਦੇ ਆ। ਇਸ ਤਰ੍ਹਾਂ ਕਰਕੇ ਜਿਹੜੇ ਆਪਾਂ ਠੰਡਕ ਦੁਆਰਾ ਜਿਹੜਾ ਉਪਚਾਰ ਕਰ ਸਕਦੇ ਹਾਂ। ਉਸੇ ਤਰ੍ਹਾਂ ਹੀ ਕੀ ਕਰਦੇ ਹਾਂ, ਦੁੱਧ ਨੂੰ ਫਟਣ ਤੋਂ ਬਚਾਉਣ ਲਈ ਅਸੀਂ ਕੀ ਕਰਦੇ ਹਾਂ, ਉਹਨੂੰ ਉਬਾਲਦੇ ਹਾਂ। ਜਦੋਂ ਅਸੀਂ ਉਬਾਲਦੇ ਹਾਂ ਤਾਂ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਸੂਖਮ ਜੀਵ ਆ ਉਹ ਮਰ ਜਾਂਦੇ ਆ, ਜਿਹਦੇ ਨਾਲ ਜਿਹੜਾ ਸਾਡਾ ਦੁੱਧ ਹੈ ਉਹ ਕੀ ਹੈਗਾ, ਖਰਾਬ ਹੋਣ ਤੋਂ ਬਚ ਜਾਂਦਾ। ਇਸੇ ਤਰ੍ਹਾਂ ਹੀ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਇੱਕ ਸਾਡੇ ਕੋਲ ਵਿਧੀ ਹੈ, ਪਾਸਚਰੀਕਰਨ। ਇਹਦੇ ਵਿੱਚ ਕੀ ਕੀਤਾ ਜਾਂਦਾ, ਦੁੱਧ ਨੂੰ ਪਹਿਲਾਂ 70 ਡਿਗਰੀ ਸੈਂਟੀਗ੍ਰੇਡ ਤੇ 15 ਤੋਂ 30 ਸੈਕਿੰਡ ਤੱਕ ਗਰਮ ਕੀਤਾ ਜਾਂਦਾ ਤੇ ਫਿਰ ਉਹਨੂੰ ਕੀ ਕਰ ਦਿੱਤਾ ਜਾਂਦਾ, ਇੱਕਦਮ ਠੰਡਾ ਕਰਕੇ ਸਟੋਰ ਕਰ ਦਿੱਤਾ ਜਾਂਦਾ। ਇਹਦੇ ਨਾਲ ਕੀ ਹੋ ਜਾਂਦਾ, ਜਿਹੜੇ ਸੂਖਮ ਜੀਵ ਆ ਉਹਨਾਂ ਦਾ ਵਾਧਾ ਰੁਕ ਜਾਂਦਾ, ਉਹਨਾਂ ਦਾ ਵਾਧਾ ਨਹੀਂ ਹੁੰਦਾ ਤੇ ਜਿਹੜਾ ਦੁੱਧ ਹੈ ਉਹਨੂੰ ਕੀ ਆ, ਖਰਾਬ ਹੋਣ ਤੋਂ ਬਚਾ ਲਿਆ ਜਾਂਦਾ ਹੈ। ਇਸ ਦੀ ਖੋਜ ਕਿਹਨੇ ਕੀਤੀ ਸੀ, ਲੂਇਸ ਪਾਸਚਰ ਨੇ। ਔਰ ਇਸੇ ਤੋਂ ਹੀ ਉਹ ਜਿਹੜਾ ਇਹ ਵਿਧੀ ਹੈ ਇਹਦਾ ਨਾਮ ਕੀ ਪਿਆ ਸੀਗਾ, ਪਾਸਚਰੀਕਰਨ। ਇਸੇ ਤਰ੍ਹਾਂ ਅਸੀਂ ਪੈਕਟਾਂ ਦੇ ਵਿੱਚ ਭੰਡਾਰਨ ਕਰਕੇ ਜਿਹੜੇ ਹੈਗੇ ਆ ਵੀ ਜਿਹੜਾ ਭੋਜਨ ਹੈ ਉਹਨੂੰ ਅਸੀਂ ਸੁਰੱਖਿਅਤ ਕਰ ਸਕਦੇ ਹਾਂ ਸੂਖਮ ਜੀਵਾਂ ਦੇ ਹਮਲੇ ਤੋਂ। ਇਹ ਸਾਡੇ ਕੋਲ ਦਿਖਾਏ ਗਏ ਆ ਕਿ ਕਿਵੇਂ ਅਸੀਂ ਆਇਲ ਜਾਂ ਵਿਨੇਗਰ, ਸਿਰਕੇ ਦੀ ਸਹਾਇਤਾ ਨਾਲ ਜਾਂ ਜਿਹੜੇ ਪਦਾਰਥ ਸਾਡੇ ਉਹਨਾਂ ਨੂੰ 에ਅਰ ਟਾਈਟ ਕੰਟੇਨਰ ਦੇ ਵਿੱਚ ਬੰਦ ਕਰਕੇ, ਹਵਾਬੰਦ ਲਿਫਾਫੇ ਆ ਨਾ ਉਹਨਾਂ ਦੇ ਵਿੱਚ ਜਾਂ ਹਵਾਬੰਦ ਜਿਹੜੇ ਸਾਡੇ ਕੋਲ ਕੰਟੇਨਰ ਹੁੰਦੇ ਆ, ਬਕਸੇ ਹੁੰਦੇ ਆ, ਉਹਨਾਂ ਵਿੱਚ ਬੰਦ ਕਰਕੇ ਜਿਹੜਾ ਭੋਜਨ ਹੈ ਉਹਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਕਿਉਂਕਿ ਹਵਾ ਦੇ ਵਿੱਚੋਂ ਸੂਖਮ ਜੀਵਾਂ ਨੇ ਹਮਲਾ ਕਰਨਾ ਹੈ ਤਾਂ ਜਦੋਂ ਇਹ ਬਿਲਕੁਲ ਇਹਦੇ ਅੰਦਰ ਹਵਾ ਦਾਖਲ ਹੀ ਨਾ ਹੋ ਸਕੀ ਤਾਂ ਜਿਹੜਾ ਅੰਦਰ ਜਿਹੜਾ ਭੋਜਨ ਹੈ ਉਹ ਕੀ ਆ, ਸੂਖਮ ਜੀਵਾਂ ਦੇ ਹਮਲੇ ਤੋਂ ਬਚਿਆ ਰਹੇਗਾ। ਕੋਲਡ ਟ੍ਰੀਟਮੈਂਟ ਕਰਕੇ, ਹੀਟ ਟ੍ਰੀਟਮੈਂਟ ਕਰਕੇ, ਸਾਲਟ ਲਗਾ ਕੇ,
ਮੱਛੀਆਂ ਨੂੰ ਜਦੋਂ ਸਮੁੰਦਰ ਦੇ ਵਿੱਚੋਂ ਪਕੜਿਆ ਜਾਂਦਾ ਹੈ, ਫਿਸ਼ਿੰਗ ਕੀਤੀ ਜਾਂਦੀ ਹੈ, ਤਾਂ ਉਹਨਾਂ ਦੇ ਉੱਪਰ ਕੀ ਆ ਨਮਕ ਇਸ ਤਰ੍ਹਾਂ ਕਰਕੇ ਲਗਾਇਆ ਜਾਂਦਾ ਹੈ, ਜਿਹਦੇ ਨਾਲ ਜਿਹੜੀਆਂ ਮੱਛੀਆਂ ਉਹ ਕੀ ਆ ਲੰਮੇ ਸਮੇਂ ਤੱਕ ਸੁਰੱਖਿਅਤ ਰਹਿੰਦੀਆਂ, ਖਰਾਬ ਨਹੀਂ ਹੁੰਦੀਆਂ ਉਹ। ਉਸੇ ਤਰ੍ਹਾਂ ਹੀ ਜਿਹੜਾ ਭੋਜਨ ਹੈ ਉਹਨੂੰ ਅਸੀਂ ਚੀਨੀ ਦੇ ਨਾਲ ਵੀ ਸੁਰੱਖਿਅਤ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਹੈ ਨਾਈਟ੍ਰੋਜਨ ਸਥਿਰੀਕਰਨ। ਨਾਈਟ੍ਰੋਜਨ ਦਾ ਸਥਿਰੀਕਰਨ ਕਰਦਾ ਹੈ ਰਾਈਜ਼ੋਬੀਅਮ ਨਾਂ ਦਾ ਜੀਵਾਣੂ। ਇਹ ਕਿੱਥੇ ਪਾਇਆ ਜਾਂਦਾ ਹੈ? ਫਲੀਦਾਰ ਪੌਦੇ ਦੀਆਂ ਜੜਾਂ ਦੇ ਵਿੱਚ ਪਾਇਆ ਜਾਂਦਾ ਹੈ। ਇਹ ਫਲੀਦਾਰ ਜਿਹੜੇ ਪੌਦੇ ਹੁੰਦੇ ਆ ਉਹਨਾਂ ਦੀ ਜੜਾਂ ਵਿੱਚ ਗੰਢਾਂ ਹੁੰਦੇ ਆ, ਉਹਨਾਂ ਗੰਢਾਂ ਵਿੱਚ ਇਹ ਜਿਹੜੇ ਜੀਵਾਣੂ ਰਾਈਜ਼ੋਬੀਅਮ ਨਾਂ ਦਾ ਇਹ ਰਹਿੰਦਾ ਹੈਗਾ। ਜਿਵੇਂ ਕਿ ਸੋਇਆਬੀਨ ਹੋ ਗਈ ਜਾਂ ਗੁਆਰਾ ਹੋ ਗਿਆ, ਜਿੰਨੇ ਵੀ ਫਲੀਦਾਰ ਪੌਦੇ ਆ ਉਹਨਾਂ ਦੀਆਂ ਜੜਾਂ ਵਿੱਚ ਜੋ ਗੰਢਾਂ ਹੁੰਦੀਆਂ ਉਹਨਾਂ ਵਿੱਚ ਸਾਨੂੰ ਇਹ ਜੀਵਾਣੂ ਮਿਲਦਾ ਹੈ। ਤੇ ਇਹ ਜੀਵਾਣੂ ਕੀ ਕਰਦਾ ਹੈਗਾ? ਵਾਤਾਵਰਨ ਵਿਚਲੀ ਜੋ ਨਾਈਟ੍ਰੋਜਨ ਹੁੰਦੀ ਹੈ ਉਸ ਨੂੰ ਲੈ ਕੇ ਉਹਨੂੰ ਕਾਹਦੇ ਵਿੱਚ ਬਦਲ ਦਿੰਦਾ ਹੈਗਾ? ਜੋ ਪੌਦੇ ਲਈ ਯੂਜ਼ਫੁਲ ਨਾਈਟ੍ਰੋਜਨ ਹੈ ਉਹਦੇ ਵਿੱਚ ਬਦਲ ਦਿੰਦਾ ਹੈ, ਔਰ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਿੱਚ ਵੀ ਇਹ ਕੀ ਹੈ ਸਹਾਇਤਾ ਕਰਦਾ ਹੈ। ਇਸੇ ਤਰ੍ਹਾਂ ਜਿਹੜੀ ਵਾਤਾਵਰਨ ਵਿੱਚ ਜਿਹੜੀ ਨਾਈਟ੍ਰੋਜਨ ਹੈ, ਆਕਾਸ਼ੀ ਬਿਜਲੀ ਚਮਕਣ ਨਾਲ ਵੀ ਉਹਦਾ ਸਥਿਰੀਕਰਨ ਹੁੰਦਾ ਹੈ ਤੇ ਉੱਥੋਂ ਉਹ ਜਿਹੜੀ ਨਾਈਟ੍ਰੇਟ ਤੇ ਨਾਈਟਰਾਈਟਸ ਦੇ ਵਿੱਚ ਬਦਲ ਕੇ ਭੂਮੀ ਵਿੱਚ ਪਹੁੰਚ ਜਾਂਦੀ ਹੈ। ਤੇ ਭੂਮੀ ਵਿੱਚੋਂ ਉਹਨੂੰ ਕੌਣ ਪ੍ਰਾਪਤ ਕਰ ਲੈਂਦਾ ਹੈਗਾ? ਪੌਦੇ ਪ੍ਰਾਪਤ ਕਰਦੇ ਆ, ਔਰ ਉਹਨਾਂ ਪੌਦਿਆਂ ਤੋਂ ਫਿਰ ਉਹ ਕਿਹਦੇ ਕੋਲ ਆ ਜਾਂਦੀ ਹੈਗੀ? ਮਨੁੱਖਾਂ ਤੇ ਜੰਤੂਆਂ ਦੇ ਕੋਲ। ਇਸ ਤਰ੍ਹਾਂ ਕਰਕੇ ਜਿਹੜਾ ਨਾਈਟ੍ਰੋਜਨ ਦਾ ਸਥਿਰੀਕਰਨ ਹੁੰਦਾ ਹੈਗਾ। ਨੈਕਸਟ ਸਾਡੇ ਕੋਲ ਹੈ ਨਾਈਟ੍ਰੋਜਨ ਚੱਕਰ। ਨਾਈਟ੍ਰੋਜਨ ਸਾਈਕਲ ਦੇ ਬਾਰੇ ਜਾਣਦੇ ਹਾਂ ਅਸੀਂ। ਹੁਣ ਵਾਤਾਵਰਨ ਦੇ ਵਿੱਚ ਸਾਡੇ ਕੋਲ ਬਹੁਤ ਜ਼ਿਆਦਾ ਮਾਤਰਾ ਵਿੱਚ ਨਾਈਟ੍ਰੋਜਨ ਹੈ, ਪਰੰਤੂ ਇਹ ਨਾਈਟ੍ਰੋਜਨ ਜਿਹੜੀ ਹੈ ਸਿੱਧੇ ਦੇ ਸਿੱਧੇ ਨਾ ਤਾਂ ਪੌਦੇ ਵਰਤ ਸਕਦੇ ਆ ਤੇ ਨਾ ਹੀ ਅਸੀਂ ਵਰਤ ਸਕਦੇ ਹਾਂ ਇਹਨੂੰ। ਤਾਂ ਫਿਰ ਇਹਨੂੰ ਵਰਤੋਂਯੋਗ ਕਿਵੇਂ ਬਣਾਇਆ ਜਾਂਦਾ ਹੈ? ਵਾਯੂਮੰਡਲ ਵਿੱਚ ਜਿਹੜੀ ਨਾਈਟ੍ਰੋਜਨ ਹੈ, ਸਭ ਤੋਂ ਪਹਿਲਾਂ ਤਾਂ ਬਿਜਲੀ ਚਮਕਣ ਦੇ ਨਾਲ ਜਿਹੜੀ ਨਾਈਟ੍ਰੋਜਨ ਉਹਦਾ ਸਥਿਰੀਕਰਨ ਹੋ ਕੇ ਤੇ ਉਹ ਵਰਖਾ ਦੇ ਨਾਲ ਕਿੱਥੇ ਪਹੁੰਚ ਜਾਂਦੀ ਹੈ? ਮਿੱਟੀ ਦੇ ਵਿੱਚ। ਮਿੱਟੀ ਦੇ ਵਿੱਚ ਨਾਈਟ੍ਰੋਜਨ ਦੇ ਯੌਗਿਕ ਦੇ ਰੂਪ ਵਿੱਚ ਪਹੁੰਚਦੀ ਆ ਉਹ, ਤੇ ਇੱਥੋਂ ਇਹ ਜਿਹੜੀ ਨਾਈਟ੍ਰੋਜਨ ਹੈ ਇਹਨੂੰ ਕੌਣ ਲੈ ਲੈਂਦਾ ਹੈ? ਪੌਦੇ ਗ੍ਰਹਿਣ ਕਰ ਲੈਂਦੇ ਆ। ਪੌਦਿਆਂ ਤੋਂ ਫਿਰ ਉਹ ਕਿਹਦੇ ਕੋਲ ਪਹੁੰਚਦੀ ਹੈ? ਜੰਤੂਆਂ ਦੇ ਕੋਲ, ਕਿਉਂਕਿ ਜੰਤੂ ਆਪਦਾ ਭੋਜਨ ਜਾਂ ਮਨੁੱਖ ਜਿਹੜੇ ਹੈਗੇ ਆ ਉਹ ਜ਼ਿਆਦਾਤਰ ਆਪਦਾ ਭੋਜਨ ਪੌਦਿਆਂ ਤੋਂ ਪ੍ਰਾਪਤ ਕਰਦੇ ਆ। ਤੇ ਫਿਰ ਜੰਤੂਆਂ ਤੇ ਪੌਦਿਆਂ ਦਾ ਜਿਹੜਾ ਖਾਣਾ ਹੁੰਦਾ ਹੈ, ਜਦੋਂ ਜੰਤੂ ਉਸ ਤੋਂ ਲੈ ਲੈਂਦੇ ਪੌਦਿਆਂ ਤੋਂ ਭੋਜਨ ਆਪਦਾ ਲੈਂਦੇ ਆ, ਉਸ ਤੋਂ ਬਾਅਦ ਮਲ ਤਿਆਗ ਪ੍ਰਣਾਲੀ ਦੁਆਰਾ ਦੁਬਾਰਾ ਜਿਹੜਾ ਉਹ ਨਾਈਟ੍ਰੋਜਨ ਹੈ ਦੁਬਾਰਾ ਫਿਰ ਕਿੱਥੇ ਪਹੁੰਚ ਜਾਂਦੀ ਹੈ? ਮਿੱਟੀ ਦੇ ਵਿੱਚ। ਇਹ ਤਾਂ ਹੋ ਗਿਆ ਪਹਿਲਾ ਤਰੀਕਾ। ਦੂਸਰਾ ਤਰੀਕਾ ਕੀ ਹੈ? ਜਿਹੜੀ ਵਾਯੂਮੰਡਲ ਵਿਚਲੀ ਨਾਈਟ੍ਰੋਜਨ ਹੈ ਉਹਨੂੰ ਜੀਵਾਣੂ ਜਾਂ ਫਿਰ ਨੀਲੀ ਹਰੀ ਇਕਾਈ ਜਿਹੜੀ ਹੈ ਉਹਦਾ ਸਥਿਰੀਕਰਨ ਕਰਦੀ ਹੈ। ਉੱਥੋਂ ਫਿਰ ਉਹ ਜੀਵਾਣੂਆਂ ਦੇ ਵਿੱਚ ਨਾਈਟ੍ਰੋਜਨ ਦੇ ਜਿਹੜੇ ਯੌਗਿਕ ਹੈ ਉਹਨਾਂ ਦਾ ਸਥਿਰੀਕਰਨ ਹੋ ਕੇ ਮਿੱਟੀ ਤੱਕ ਪਹੁੰਚੂਗੀ, ਔਰ ਮਿੱਟੀ ਦੇ ਵਿੱਚੋਂ ਫਿਰ ਦੁਬਾਰਾ ਉਸੇ ਤਰ੍ਹਾਂ ਪੌਦੇ, ਫਿਰ ਜੰਤੂ, ਔਰ ਫਿਰ ਜੰਤੂਆਂ ਦੇ ਦੁਆਰਾ ਫਿਰ ਦੁਬਾਰਾ ਉਹ ਮਿੱਟੀ ਵਿੱਚ ਆ ਜਾਏਗੀ। ਮਿੱਟੀ ਦੇ ਵਿੱਚ ਕੁਝ ਜੀਵਾਣੂ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਿਹੜੇ ਕੀ ਕਰਦੇ ਆ ਕਿ ਜੋ ਨਾਈਟ੍ਰੋਜਨ ਦੇ ਯੌਗਿਕ ਹੁੰਦੇ ਆ ਉਹਨਾਂ ਦੇ ਵਿੱਚੋਂ ਨਾਈਟ੍ਰੋਜਨ ਨੂੰ ਅਲੱਗ ਕਰ ਦਿੰਦੇ ਆ, ਔਰ ਉਹ ਨਾਈਟ੍ਰੋਜਨ ਗੈਸ ਦੀ ਫਾਰਮ ਦੇ ਵਿੱਚ ਦੁਬਾਰਾ ਫਿਰ ਕਿੱਥੇ ਪਹੁੰਚ ਜਾਂਦੀ ਹੈ? ਵਾਤਾਵਰਨ ਦੇ ਵਿੱਚ। ਔਰ ਇਹ ਜੋ ਸਾਈਕਲ ਆ ਉਹ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈਗਾ। ਔਰ ਇੱਧਰ ਵੀ ਆਪਣੇ ਕੋਲ ਦਿਖਾਇਆ ਗਿਆ ਵਾਤਾਵਰਨ ਵਿਚਲੀ ਜੋ ਨਾਈਟ੍ਰੋਜਨ ਹੈ, ਆਕਾਸ਼ੀ ਬਿਜਲੀ ਚਮਕੀ, ਕਿੱਥੇ ਪਹੁੰਚ ਗਈ? ਭੂਮੀ ਦੇ ਵਿੱਚ। ਇੱਥੋਂ ਦੀ ਨਾਈਟ੍ਰੀਫਿਕੇਸ਼ਨ ਹੋਈ, ਜਾਂ ਆਪਾਂ ਭੂਮੀ ਦੇ ਵਿੱਚ ਫਰਟੀਲਾਈਜ਼ਰ ਵੀ ਐਡ ਕਰਦੇ ਆ ਉਹਦੇ ਨਾਲ ਵੀ ਨਾਈਟ੍ਰੋਜਨ ਜੋ ਹੈ ਭੂਮੀ ਵਿੱਚ ਪਹੁੰਚਦੀ ਹੈ। ਇੱਥੋਂ ਨਾਈਟ੍ਰੀਫਿਕੇਸ਼ਨ ਹੁੰਦੀ ਹੈ, ਅਮੋਨੀਅਮ ਬਣਦੇ ਆ, ਨਾਈਟਰਾਈਟਸ, ਨਾਈਟ੍ਰੇਟਸ ਬਣਦੇ ਆ। ਇਹਨੂੰ ਕੌਣ ਲੈ ਲੈਂਦੇ ਆ? ਪੌਦੇ। ਔਰ ਪੌਦਿਆਂ ਨੂੰ ਕੌਣ ਕੰਜ਼ਿਊਮ ਕਰਦਾ ਹੈ? ਜੰਤੂ ਕੰਜ਼ਿਊਮ ਕਰਦੇ ਆ, ਜਾਂ ਫਿਰ ਮਨੁੱਖ ਜੋ ਹੈ ਉਹ ਵਰਤਦੇ ਆ। ਔਰ ਇਹਨਾਂ ਦੀ ਜੋ ਮਲ ਤਿਆਗ ਪ੍ਰਣਾਲੀ ਉਹਦੇ ਦੁਆਰਾ ਫਿਰ ਜੋ ਆਰਗੈਨਿਕ ਮੈਟਰ ਹੁੰਦਾ ਹੈਗਾ ਜਿਹਦੇ ਵਿੱਚ ਮੈਨਿਓਰ ਖਾਦ ਆ ਜਾਂਦੀ ਹੈ, ਡੈਡ ਐਨੀਮਲ ਆ ਜਾਂਦੇ ਜਾਂ ਪਲਾਂਟ ਆ ਜਾਂਦੇ ਆ, ਉਹ ਫਿਰ ਦੁਬਾਰਾ ਮਿੱਟੀ ਦੇ ਵਿੱਚ ਨਾਈਟ੍ਰੋਜਨ ਨੂੰ ਮਿਲਾ ਦਿੰਦੇ ਆ। ਔਰ ਇੱਥੋਂ ਜਿਹੜੀ ਇਹ ਨਾਈਟ੍ਰੋਜਨ ਹੁੰਦੀ ਹੈ ਇਹਦਾ ਡੀਨਾਈਟ੍ਰੀਫਿਕੇਸ਼ਨ ਹੋ ਕੇ ਦੁਬਾਰਾ ਫਿਰ ਇਹ ਕਿੱਥੇ ਪਹੁੰਚ ਜਾਂਦੀ ਹੈ? ਵਾਤਾਵਰਨ ਦੇ ਵਿੱਚ। ਇਸ ਤਰ੍ਹਾਂ ਕਰਕੇ ਜੋ ਇਹ ਨਾਈਟ੍ਰੋਜਨ ਸਾਈਕਲ ਹੈ ਇਹ ਚੱਲਦਾ ਰਹਿੰਦਾ ਹੈਗਾ। ਇਸ ਚੈਪਟਰ ਦੇ ਵਿੱਚ ਇੰਨਾ ਹੀ ਸੀ। ਇਹ ਆਪਣੇ ਕੋਲ ਨੈਕਸਟ ਅਭਿਆਸ ਦੇ ਵਿੱਚ ਦਿੱਤਾ ਹੋਇਆ ਹੈ। ਸਭ ਤੋਂ ਪਹਿਲਾਂ ਖਾਲੀ ਥਾਵਾਂ ਨੇ, ਸੂਖਮ ਜੀਵ ਡੈਸ਼ ਦੀ ਸਹਾਇਤਾ ਨਾਲ ਵੇਖੇ ਜਾ ਸਕਦੇ ਹਨ। ਤੇ ਕੀ ਦੱਸਿਆ ਸੀ ਤੁਹਾਨੂੰ? ਸੂਖਮ ਜੀਵਾਂ ਨੂੰ ਅਸੀਂ ਕਿਹਦੇ ਨਾਲ ਦੇਖ ਸਕਦੇ ਹਾਂ? ਸੂਖਮਦਰਸ਼ੀ ਦੀ ਸਹਾਇਤਾ ਨਾਲ। ਨੀਲੀ ਹਰੀ ਇਕਾਈ ਡੈਸ਼ ਨੂੰ ਸਿੱਧਾ ਹੀ ਹਵਾ ਵਿੱਚੋਂ ਸਥਿਰੀਕਰਨ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀ ਆ। ਇਹ ਤੁਸੀਂ ਭਰਨਾ ਹੈਗਾ ਔਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਨੀਲੀ ਹਰੀ ਇਕਾਈ ਕਿਹਦਾ ਸਥਿਰੀਕਰਨ ਕਰਦੀ ਹੈ। ਨੈਕਸਟ ਹੈ ਅਲਕੋਹਲ ਡੈਸ਼ ਦੀ ਮਦਦ ਨਾਲ ਤਿਆਰ ਕੀਤੀ ਜਾਂਦੀ ਹੈ। ਅਲਕੋਹਲ ਕਿਹਦੀ ਮਦਦ ਨਾਲ ਤਿਆਰ ਕਰਦੇ ਹਾਂ ਅਸੀਂ? ਖਮੀਰ ਦੀ ਮਦਦ ਨਾਲ। ਖਮੀਰ ਕੀ ਕਰਦੇ ਆ? ਖੰਡ ਨੂੰ ਕਾਹਦੇ ਵਿੱਚ ਬਦਲ ਦਿੰਦੇ ਆ? ਅਲਕੋਹਲ ਵਿੱਚ। ਔਰ ਉਸ ਵਿਧੀ ਦਾ ਕੀ ਨਾਮ ਸੀਗਾ? ਖਮੀਰਨ ਵਿਧੀ। ਹੈਜਾ ਡੈਸ਼ ਕਾਰਨ ਫੈਲਦਾ ਹੈ। ਹੈਜਾ ਕਿਹਦੇ ਕਾਰਨ ਫੈਲਦਾ ਹੈ? ਜੀਵਾਣੂ ਦੁਆਰਾ। ਔਰ ਜੇ ਦੂਸਰੇ ਵਾਹਕ ਪੁੱਛ ਲੈਣ ਕਿ ਕਿਸ ਰਾਹੀਂ ਫੈਲਦਾ ਤਾਂ ਪਾਣੀ ਰਾਹੀਂ ਫੈਲਦਾ ਇਹ। ਇਸੇ ਤਰ੍ਹਾਂ ਸਾਡੇ ਕੋਲ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਔਰ ਇਹ ਮਿਲਾਣ ਵਾਲੇ ਇਹ ਤੁਸੀਂ ਕਰ ਲੈਣੇ ਆ। ਜੇਕਰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ ਤਾਂ ਤੁਸੀਂ ਉਹ ਕਮੈਂਟ ਬਾਕਸ ਦੇ ਵਿੱਚ ਪੁੱਛ ਲੈਣਾ। ਇਸ ਲੈਕਚਰ ਦੇ ਵਿੱਚ ਇੰਨਾ ਹੀ ਸੀ। ਆਈ ਹੋਪ ਕਿ ਤੁਹਾਨੂੰ ਪੂਰਾ ਜਿਹੜਾ ਪਾਠ ਹੈ ਉਹ ਸਮਝ ਆ ਗਿਆ ਹੋਵੇਗਾ। ਨੈਕਸਟ ਆਪਾਂ ਨੈਕਸਟ ਲੈਕਚਰ ਦੇ ਵਿੱਚ ਇਸੇ ਲੈਸਨ ਦੀਆਂ ਸਾਰੀਆਂ ਵਰਕਸ਼ੀਟ ਜੋ ਹੈ ਉਹ ਸੋਲਵ ਕਰਾਂਗੇ। ਤਦ ਤੱਕ ਲਈ ਧੰਨਵਾਦ।